Guru Vai 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 Guru ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਿਗੁਰੂ ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਉਪਦੇਸ਼ ਦੇ ਰਹੇ, ਸਤਿਗੁਰੂ ਸਮਝਾਉਂਦੇ ਵੀ ਇਸ ਲੋਕ ਦੇ ਵਿੱਚ ਜਿੱਥੇ ਅਸੀਂ ਦਿਨ ਦੇ ਸਮੇਂ ਆਉਂਦੇ, ਇੱਧਰ ਆ ਕੇ ਜਦੋਂ ਸਾਡਾ ਮਨ ਤ੍ਰੈ ਗੁਣਾਂ ਦੇ ਵਿੱਚ, ਭਰਮ ਦੇ ਵਿੱਚ, ਵਿਚਾਰਾਂ 'ਚ ਸੌਂ ਜਾਂਦਾ, ਫਿਰ ਦੁਖੀ ਹੁੰਦਾ। ਸੰਸਾਰ ਦੇ ਵਿੱਚ ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ। ਹੁਣ ਦੁਖੀ ਸਾਰੇ ਹੀ ਨੇ ਤੇ ਉਹ ਸੁੱਖ ਲੱਭਦੇ। ਜੀਵ ਚਾਹੁੰਦਾ ਵੀ ਕਿਵੇਂ ਨਾ ਕਿਵੇਂ ਮੈਂ ਸੁਖੀ ਹੋ ਜਾ, ਮੇਰੇ ਦੁੱਖਾਂ ਦਾ ਖਾਤਮਾ ਹੋ ਜੀ। ਹੁਣ ਮਾਰੇ ਫਿਰ ਸਾਨੂੰ ਦੱਸਦੇ ਬਈ ਇਹ ਦੁੱਖ ਕਿਵੇਂ ਖਤਮ ਹੁੰਦੇ ਨੇ ਤੇ ਕਿਵੇਂ ਅਸੀਂ ਸਦਾ ਸੁਖੀ ਹੋ ਸਕਦੇ। ਸਾਨੂੰ ਫਿਰ ਸਮਝਾਉਂਦੇ ਵੀ ਜੇ ਅਸੀਂ ਆਪਣੇ ਹਿਰਦੇ ਵਿੱਚ, ਮਨ ਵਿੱਚ ਸ਼ਬਦ ਗੁਰੂ ਨੂੰ ਵਸਾ ਲਈਏ, ਫਿਰ ਇਹ ਸਾਡਾ ਜਿਹੜਾ ਦੁੱਖ ਇਹ ਖਤਮ ਹੋ ਸਕਦਾ। ਮਹਾਰਾਜ ਇਸ ਲਈ ਫਰਮਾਉਂਦੇ, ਦੁੱਖ ਵਿਸਾਰਨ ਸ਼ਬਦ ਹੈ, ਜੇ ਮਨ ਵਸਾਏ ਕੋਈ। ਬਈ ਦੁੱਖਾਂ ਨੂੰ ਵਿਸਾਰਨ ਵਾਸਤੇ ਸ਼ਬਦ ਹੈ। ਜੇ ਅਸੀਂ ਉਹ ਸ਼ਬਦ ਨੂੰ ਮਨ 'ਚ ਵਸਾ ਲਈਏ, ਹਿਰਦੇ 'ਚ ਵਸਾ ਲਈਏ, ਇਹ ਜਿਹੜੇ ਸਾਡੇ ਮਨ ਨੂੰ ਦੁੱਖ ਲੱਗੇ, ਇਹ ਸਾਰੇ ਦੁੱਖ ਇਹਦੇ ਖਤਮ ਹੋ ਜਾਂਦੇ। ਹੁਣ ਦੁੱਖ ਕੀ ਹੈ? ਸਭ ਤੋਂ ਵੱਡਾ ਤਾਂ ਦੁੱਖ ਸਾਨੂੰ ਇਹ, ਜਿਹੜਾ ਅਸੀਂ ਵਾਰ-ਵਾਰ ਆਕਾਰਾਂ ਦੇ ਵਿੱਚ ਆਉਂਦੇ ਜਾਂਦੇ, ਵਾਰ-ਵਾਰ ਅਸੀਂ ਜੰਮਦੇ ਮਰਦੇ, ਇਹਨੂੰ ਮਾਰੇ ਦੁੱਖ ਦੱਸਦੇ। ਜਨਮ ਮਰਨ ਦਾ ਵੱਡਾ ਦੁੱਖ। ਹੁਣ ਸੰਸਾਰ ਦੇ ਵਿੱਚ ਜੀਵ ਸੁੱਖਾਂ ਵਾਸਤੇ ਤਾਂ ਬਹੁਤ ਯਤਨ ਕਰਦਾ, ਬਈ ਮੈਂ ਸੰਸਾਰ ਦੇ ਵੱਧ ਤੋਂ ਵੱਧ ਸੁੱਖ ਇਕੱਠੇ ਕਰ ਲਾਂ। ਪਰ ਜਿਹੜਾ ਸਾਡੇ ਮਨ ਨੂੰ ਦੁੱਖ ਹੈ, ਉਹ ਦੁੱਖ ਵਾਸਤੇ ਕੋਈ ਯਤਨ ਹੀ ਨਹੀਂ ਕਰਦਾ ਵੀ ਉਹ ਦੁੱਖ ਮੇਰਾ ਮਿਟ ਜਾਵੇ, ਮੇਰਾ ਦੁੱਖ ਖਤਮ ਹੋ ਜਾਵੇ। ਮਹਾਰਾਜ ਇਸ ਲਈ ਫਰਮਾਉਂਦੇ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਈ। ਬਈ ਯਤਨ ਮੈਂ ਜਿੰਨੇ ਵੀ ਕੀਤੇ ਸੁੱਖਾਂ ਵਾਸਤੇ, ਸੰਸਾਰ ਦੇ ਕੀਤੇ, ਮਾਇਆ ਤੇ, ਪਰ ਜਿਹੜੇ ਮਨ ਨੂੰ ਦੁੱਖ ਲੱਗੇ ਸੀ, ਉਹਨਾਂ ਦੁੱਖਾਂ ਵਾਸਤੇ ਕੋਈ ਯਤਨ ਹੀ ਨਾ ਕੀਤਾ ਵੀ ਇਹ ਮੇਰਾ ਦੁੱਖ ਕਿਵੇਂ ਮਿਟੇ, ਕਿਵੇਂ ਮੇਰਾ ਦੁੱਖ ਘਟੇ। ਫਿਰ ਉਹਦੇ ਵਾਸਤੇ ਸਤਿਗੁਰੂ ਦੱਸਦੇ ਵੀ ਦੁੱਖਾਂ ਦਾ
ਜਿਹੜਾ ਵਿਸਾਰਨ ਹੈ ਉਹ ਹੈ ਪਰਮਾਤਮਾ ਦਾ ਨਾਮ। ਜੇ ਅਸੀਂ ਨਾਮ ਨੂੰ ਆਪਦੇ ਹਿਰਦੇ 'ਚ ਵਸਾ ਲਾਂਗੇ ਤੇ ਫਿਰ ਅਸੀਂ ਸਦਾ ਵਾਸਤੇ ਜੀਵਨ ਮੁਕਤ ਹੋ ਜਾਵਾਂਗੇ। ਹੁਣ ਇੱਕ ਤਾਂ ਹੁੰਦਾ ਮੁੱਖ ਦੁਆਰਾ ਕਰਨ। ਮੁੱਖ ਦੁਆਰਾ ਤਾਂ ਮਹਾਰਾਜ ਕਹਿੰਦੇ ਬਹੁਤ ਜੀਵ ਕਰਦੇ ਨੇ, ਪਰ ਉਹ ਵਿਰਲੇ ਗੁਰਮੁਖ ਨੇ ਜਿਹੜੇ ਆਪਣੇ ਹਿਰਦੇ 'ਚ ਵਸਾ ਲੈਂਦੇ, ਜਿਹੜੇ ਮਨ 'ਚ ਵਸਾ ਲੈਂਦੇ। ਜਿਨ੍ਹਾਂ ਦੇ ਮਨ 'ਚ ਵਸਿਆ ਉਹ ਜੀਵਨ ਮੁਕਤ ਹੋ ਜਾਂਦੇ, ਉਹਨਾਂ ਦਾ ਦੁੱਖ ਜਿਹੜਾ ਉਹ ਖਤਮ ਹੋ ਜਾਂਦਾ। ਸਤਿਗੁਰੂ ਇਸ ਲਈ ਫਰਮਾਉਂਦੇ, ਮੁਖੋਂ ਹਰ ਹਰ ਸਭ ਕੋ ਕਰੇ, ਬਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੇ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ। ਬਈ ਮੁੱਖ ਤੋਂ ਤਾਂ ਬਹੁਤ ਜੀਵ ਕਰਦੇ, ਵਾਹਿਗੁਰੂ ਵਾਹਿਗੁਰੂ ਕਰਦੇ, ਪਰ ਉਹ ਵਿਰਲੇ ਨੇ ਜਿਹੜੇ ਆਪਣੇ ਹਿਰਦੇ 'ਚ ਵਸਾ ਲੈਂਦੇ, ਮਨ 'ਚ ਜਿਨ੍ਹਾਂ ਦੇ ਵਸ ਗਿਆ, ਜਿਨ੍ਹਾਂ ਦੇ ਵਸ ਗਿਆ ਉਹ ਜੀਵਨ ਮੁਕਤ ਹੋ ਗਏ। ਹੁਣ ਤਾਂ ਫਿਰ ਸਾਨੂੰ ਕਹਿੰਦੇ ਵੀ ਅਸੀਂ ਹਿਰਦੇ 'ਚ ਵਸਾਉਣਾ, ਵੀ ਸਾਡੇ ਮਨ ਦੇ ਵਿੱਚ ਵਸ ਜਾਵੇ। ਜੇ ਸਾਡੇ ਹਿਰਦੇ 'ਚ ਵਸ ਜੇਗਾ ਮਾਲਕ ਨਾਮ, ਤੇ ਫਿਰ ਸਾਨੂੰ ਪਰਮਾਤਮਾ ਭੁੱਲਣਾ ਨਹੀਂ, ਸਾਨੂੰ ਵਿਸਰਨਾ ਨਹੀਂ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਗੁਰਮੁਖ ਜਦੋਂ ਮਾਲਕ ਦੇ ਸਨਮੁਖ ਵੀ ਹੋ ਗਏ, ਸਨਮੁਖ ਹੋ ਕੇ ਉਹਨਾਂ ਨੇ ਫਿਰ ਮਾਲਕ ਨੂੰ ਬੇਨਤੀਆਂ ਕੀਤੀਆਂ, ਜੋਦੜੀਆਂ ਕੀਤੀਆਂ, ਬਈ ਤੂੰ ਸਾਡੇ ਹਿਰਦੇ 'ਚ ਵਸ ਜਾ, ਬਸ ਮੇਰੇ ਪਿਆਰੇ ਆ, ਬਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਬਈ ਜੇ ਤੇਰੀ ਕਿਰਪਾ ਹੋਵੇ ਤੇ ਤੂੰ ਮਨ ਦੇ ਵਿੱਚ ਵਸ ਜਾ। ਜੇ ਵਸ ਜੇਗਾ ਮਾਲਕ ਤੇ ਫਿਰ ਸਾਡਾ ਜਿਹੜਾ ਜਨਮ ਮਰਨ ਦਾ ਗੇੜ ਇਹ ਸਦਾ ਵਾਸਤੇ ਖਤਮ ਹੋ ਜਾਏਗਾ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਵਸਣਾ ਕਿਵੇਂ। ਪਹਿਲਾਂ ਤਾਂ ਹੁਣ ਅਸੀਂ ਇਹ ਜਿਹੜਾ ਸਿਮਰਨ ਅਭਿਆਸ ਕਰਦੇ, ਗੁਰੂ ਦੇ ਸ਼ਬਦ ਨੂੰ, ਇਹਨੂੰ ਅਸੀਂ ਮਨ 'ਚ ਵਸਾਉਣਾ। ਪਹਿਲਾਂ ਅਸੀਂ ਇਹ ਸਵਾਸ ਗਿਰਾਸ ਸਿਮਰਨ ਕਰਦੇ ਤਾਂ ਕਿ ਬਹਿੰਦੇ ਉੱਠਦੇ ਕੰਮ ਕਰਦੇ ਸਾਨੂੰ ਦ੍ਰਿੜ ਹੋ ਜੀ। ਮਹਾਰਾਜ ਸਾਨੂੰ ਕਹਿੰਦੇ ਵੀ ਸਦਾ ਹੀ ਜਪੋ, ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਿਰਾਸ। ਬਈ ਉੱਠਦੇ ਬਹਿੰਦੇ ਸਾਸ ਗਿਰਾਸ ਸਿਮਰਨ ਕਰ। ਜਦੋਂ ਸਾਨੂੰ ਉੱਠਦੇ ਬਹਿੰਦੇ ਕੰਮ ਕਰਦੇ ਵਿਸਰਦਾ ਨਹੀਂ, ਫਿਰ ਸਾਨੂੰ ਕਹਿੰਦੇ ਵੀ ਹੁਣ ਸਾਸ ਸਾਸ ਕਰ। ਜਦੋਂ ਅਸੀਂ ਸਾਸ ਸਾਸ ਸਿਮਰਨ ਕਰਾਂਗੇ, ਜਿਹੜੀ ਸਾਡੇ ਮਨ ਨੂੰ ਚਿੰਤਾ ਲੱਗਦੀ, ਜਿਹੜਾ ਫਿਕਰ ਲੱਗਦਾ, ਇਹ ਸਾਡੀ ਚਿੰਤਾ ਫਿਕਰ ਖਤਮ ਹੋ ਜਾਣਗੀ। ਮਹਾਰਾਜ ਇਸ ਲਈ ਫਰਮਾਉਂਦੇ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਬਈ ਸਾਡੀ ਚਿੰਤਾ, ਸਾਡੇ ਫਿਕਰ ਇਹ ਖਤਮ ਹੋ ਜਾਣਗੇ ਜਦੋਂ ਅਸੀਂ ਸਾਸ ਸਾਸ ਸਿਮਰਨ ਕਰਾਂਗੇ। ਫਿਰ ਅਸੀਂ ਜਦੋਂ ਸਾਸ ਸਾਸ ਸਿਮਰਨ ਤੋਂ ਬਾਅਦ ਫਿਰ ਅੱਗੇ ਰੋਮ ਰੋਮ ਸਿਮਰਨ। ਜਿਹੜੇ ਗੁਰਮੁਖ ਉਹ ਫਿਰ ਰੋਮ ਰੋਮ ਮਾਲਕ ਨੂੰ ਸਿਮਰਦੇ। ਗੁਰਮੁਖ ਰੋਮ ਰੋਮ ਹਰ ਧਿਆਵੇ। ਜਦੋਂ ਸਾਡੇ ਹਿਰਦੇ 'ਚ ਵਸ ਕੇ ਸਾਡੇ ਰੋਮ ਰੋਮ ਚੱਲ ਪੈਣ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਅਸੀਂ ਪਹਿਲਾਂ ਗੁਰਮੰਤਰ ਨੂੰ ਹਿਰਦੇ 'ਚ ਵਸਾਉਣਾ, ਸਿਮਰਨ ਕਰਨਾ, ਵੀ ਇੰਨਾ ਸਿਮਰਨ ਅਸੀਂ ਕਰਨਾ ਵੀ ਸਾਨੂੰ ਦ੍ਰਿੜ ਹੋ ਜੇ, ਵੀ ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ। ਆਈਓ ਮਹਾਰਾਜ ਕਹਿੰਦੇ, ਸਭੇ ਗੱਲਾਂ ਵਿਸਰਨ ਏਕੋ ਵਿਸਰ ਨਾ ਜਾਓ। ਬਈ ਹੋਰ ਚਾਹੇ ਸਾਨੂੰ ਸਾਰੀਆਂ ਗੱਲਾਂ ਭੁੱਲ ਜਾਣ, ਪਰ ਪਰਮਾਤਮਾ ਦਾ ਸਿਮਰਨ ਨਾ ਭੁੱਲੇ। ਉਹਦੀ ਯਾਦ ਹੈ ਜਿਹੜੀ, ਉਹ ਯਾਦ ਸਾਡੇ ਅੰਦਰ ਬਣੀ ਰਵੇ, ਸਾਨੂੰ ਵਿਸਰੇ ਨਾ, ਸਾਨੂੰ ਭੁੱਲੇ ਨਾ।
ਤਾਂਹੀਓ ਫਿਰ ਸਾਡੇ ਮਨ ਨੂੰ ਸਮਝਾਉਂਦੇ ਭੁੱਲ ਜਾਂਦਾ। ਇਹਨੂੰ ਭੁੱਲੇ ਹੋਏ ਮਨ ਨੂੰ ਵਾਰ-ਵਾਰ ਫਿਰ ਚੇਤੇ ਕਰਾਇਆ ਜਾਂਦਾ ਵੀ ਭੁੱਲ ਨਾ। ਮਾਰੇ ਫਰਮਾਉਂਦੇ ਭਜੋ ਗੋਬਿੰਦ, ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਬਈ ਮਾਨਸ ਜਾਮੇ ਦਾ ਹੋਰ ਕੋਈ ਲਾਹਾ ਨਹੀਂ। ਇਹਦੇ ਵਿੱਚ ਹੁਣ ਅਸੀਂ ਪਰਮਾਤਮਾ ਦਾ ਭਜਨ ਕਰ ਸਕਦੇ, ਇਹਦੇ ਵਿੱਚ ਅਸੀਂ ਬੰਦਗੀ ਕਰ ਸਕਦੇ, ਇਹਦੇ ਵਿੱਚ ਹੁਣ ਅਸੀਂ ਪਰਮਾਤਮਾ ਦੇ ਗੁਣ ਗਾ ਸਕਦੇ। ਹੋਰ ਜਿੰਨੀ ਵੀ 84 ਲੱਖ ਜੂਨ ਨੇ, ਕਿਸੇ ਨੂੰ ਇਹ ਮੌਕਾ, ਕਿਸੇ ਨੂੰ ਇਹ ਵਾਰੀ ਨਹੀਂ ਹੈ। ਸਿਰਫ ਇੱਕ ਮਾਨਸ ਜਾਮਾ ਹੀ ਐਸਾ ਹੈ ਜਿਹਦੇ ਵਿੱਚ ਹੁਣ ਇਹ ਸਾਨੂੰ ਮੌਕਾ, ਵਾਰੀ ਦਿੱਤੀ ਜਾਂਦੀ ਵੀ ਹੁਣ ਅਸੀਂ ਭਗਤੀ ਕਰਕੇ ਹੁਣ ਅਸੀਂ ਆਪਦੇ ਘਰ ਦੀ ਪਹਿਚਾਣ ਕਰ ਲਈਏ, ਆਪਣੇ ਆਪੇ ਦੀ ਪਹਿਚਾਣ ਕਰ ਲਈਏ ਵੀ ਅਸੀਂ ਕੌਣ ਹਾਂ, ਅਤੇ ਅਸੀਂ ਵਾਹਿਗੁਰੂ ਦੀ, ਪਰਮੇਸ਼ਰ ਦੀ ਪਹਿਚਾਣ ਕਰ ਲਈਏ, ਮਾਲਕ ਦੇ ਨਾਲ ਅਸੀਂ ਮਿਲਾਪ ਕਰ ਲਈਏ ਅਤੇ ਸਾਡਾ ਘਰ ਦੇ ਵਿੱਚ ਆਉਣ ਜਾਣ ਬਣ ਜੇ। ਉਹਦੇ ਵਾਸਤੇ ਫਿਰ ਇਹ ਆਪਾਂ ਨੂੰ ਵਾਰੀ ਮਿਲੀ। ਸਾਡਾ ਮਨ ਜਦੋਂ ਭੁੱਲ ਜਾਂਦਾ ਫਿਰ ਇਹਨੂੰ ਚੇਤੇ ਕਰਾਉਂਦੇ, ਰੋਜ਼ ਚੇਤੇ ਕਰਾਉਂਦੇ। ਮਾਰੇ ਫਰਮਾਉਂਦੇ ਭਈ ਪ੍ਰਾਪਤ, ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਬਈ ਗੋਬਿੰਦ ਵਾਹਿਗੁਰੂ ਨੂੰ ਮਿਲਣ ਦੀ ਹੋਣੀ ਸਾਨੂੰ ਇਹ ਵਾਰੀ ਹੈ, ਹੋਣੀ ਸਾਨੂੰ ਇਹ ਮੌਕਾ। ਔਰ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਮੌਕਾ, ਇਹ ਵਾਰੀ ਸਾਡੀ ਲੰਘ ਨਾ ਜਾਵੇ। ਉਹਦੇ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਇਹ ਸਿਮਰਨ ਕਰੋ ਵੱਧ ਤੋਂ ਵੱਧ। ਜੇ ਅਸੀਂ ਹੁਣ ਨਹੀਂ ਸਿਮਰਨ ਕਰਾਂਗੇ, ਜੇ ਹੁਣ ਨਹੀਂ ਭਜਨ ਕਰਾਂਗੇ, ਫਿਰ ਜਦੋਂ ਅੰਤ ਸਮਾਂ ਆਉਂਦਾ ਫਿਰ ਉਦੋਂ ਹੁੰਦਾ ਨਹੀਂ। ਮਹਾਰਾਜ ਇਸ ਲਈ ਫਰਮਾਉਂਦੇ ਆਪਣਾ ਭਜਿਸ ਤਾਂ ਭਜਿਸ ਕਬ ਭਾਈ, ਜਬ ਆਵੇ ਅੰਤ ਨਾ ਭਜਿਆ ਜਾਈ। ਬਈ ਜੇ ਅਸੀਂ ਹੁਣ ਨਹੀਂ ਕਰਾਂਗੇ, ਜਦੋਂ ਅੰਤ ਸਮਾਂ ਨੇੜੇ ਆਉਂਦਾ ਫਿਰ ਆਖੀਏ ਵੀ ਹੁਣ ਹੋ ਜਾਏਗਾ, ਉਦੋਂ ਤਾਂ ਹੋਣਾ ਹੀ ਨਹੀਂ। ਉਹਦੇ ਵਾਸਤੇ ਸਾਨੂੰ ਪਹਿਲਾਂ ਦ੍ਰਿੜ ਕਰਨਾ ਪੈਂਦਾ, ਸਾਨੂੰ ਤਿਆਰੀ ਕਰਨੀ ਪੈਂਦੀ। ਜੇ ਸਾਨੂੰ ਪਹਿਲਾਂ ਦ੍ਰਿੜ ਹੋਇਆ ਸਾਡੇ ਹਿਰਦੇ 'ਚ ਵਸੇ ਹੈ, ਫਿਰ ਅੰਤ ਸਮਾਂ ਜਿਹੋ ਜਿਹਾ ਮਰਜ਼ੀ ਆਵੇ, ਜੇ ਸਾਡੇ ਹਿਰਦੇ 'ਚ ਵਸੇ ਹੈ ਤੇ ਫਿਰ ਸਾਨੂੰ ਅੱਗੇ ਸੌਖੀ ਸੌਖੇ ਆਨੰਦ ਹੀ ਆਨੰਦ। ਮਹਾਰਾਜ ਇਸ ਲਈ ਫਰਮਾਉਂਦੇ ਕਿਆ ਜਾਣਾ ਕਬ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਬਈ ਅੰਤ ਸਮਾਂ ਕੋਈ ਪਤਾ ਨਹੀਂ ਕਿੱਦਾਂ ਦਾ ਆਉਣਾ, ਕੀ ਕਾਰਨ ਬਣਨਾ। ਇਹ ਸਰੀਰ ਨੂੰ ਕੋਈ ਰੋਗ ਲੱਗਣਾ ਹੈ ਜਾਂ ਕੋਈ ਹਾਦਸਾ ਹੋਣਾ ਜਾਂ ਕੀ ਕਾਰਨ ਬਣਨਾ, ਕੁਝ ਪਤਾ ਨਹੀਂ। ਔਰ ਇਹ ਜਿਹੜਾ ਸਰੀਰ ਹੈ ਇਹਨੇ ਤਾਂ ਇੱਕ ਦਿਨ ਨਾਸ ਹੋਣਾ ਹੀ ਹੋਣਾ, ਇਹਨੇ ਖਤਮ ਹੋਣਾ ਹੀ ਹੋਣਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਲਈ ਸਮਝਾਉਂਦੇ ਵੀ ਇਹ ਸਰੀਰ ਤਾਂ ਇੱਕ ਦਿਨ ਬਿਨਸੇ ਗਏ ਤਾਂ ਜਾਏਗਾ ਹੀ। ਹੁਣ ਅਸੀਂ ਕਿਹੜੇ ਮਾਰਗ 'ਤੇ ਚੱਲੀਏ ਵੀ ਤਾਂ ਕਿ ਸਾਡਾ ਜੀਵਨ ਸਫਲ ਹੋ ਜੇ। ਮਹਾਰਾਜ ਕਹਿੰਦੇ ਕਬੀਰ ਇਹੋ ਤਨ ਜਾਏਗਾ, ਕਾਵਣੇ ਮਾਰਗ ਲਾਈ। ਕਿਹੜੇ ਮਾਰਗ 'ਤੇ ਲਾਈਏ, ਕਿਹੜਾ ਐਸਾ ਅਸੀਂ ਕਰਮ ਕਰੀਏ ਤਾਂ ਕਿ ਸਾਡਾ ਜੀਵਨ ਸਫਲ ਹੋ ਜੇ। ਫਿਰ ਮਹਾਰਾਜ ਕਹਿੰਦੇ ਕਰ ਸੰਗਤ ਸਾਧ ਕੀ ਕਹਿ ਹਰ ਕੇ ਗੁਣ ਗਾਈ। ਬਈ ਇਹਦੇ ਵਿੱਚ ਰਹਿੰਦੇ ਰਹਿੰਦੇ ਵੱਧ ਤੋਂ ਵੱਧ ਸਾਧ ਸੰਗਤ ਕਰੋ, ਪਰਮਾਤਮਾ ਦੇ ਗੁਣ ਗਾਵੋ, ਉਹਦਾ ਸਿਮਰਨ ਕਰੋ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਕਿਉਂਕਿ ਜਦੋਂ ਸਾਡਾ ਸਮਾਂ ਦਿੱਤਾ ਹੋਇਆ ਖਤਮ ਹੋਣਾ, ਕਿਸੇ ਨੇ ਇੱਥੇ ਆਪਣੇ ਅੱਗੇ ਕੰਮ ਨਹੀਂ ਆਉਣਾ। ਚਾਹੇ ਆਪਣੇ ਧੀਆਂ ਪੁੱਤਰ ਨੇ, ਚਾਹੇ ਆਪਣੇ ਮਾਂ ਪਿਓ ਨੇ, ਚਾਹੇ ਸਾਡੇ ਭੈਣ ਭਰਾ ਨੇ, ਚਾਹੇ ਸਾਡੇ ਦੋਸਤ ਮਿੱਤਰ ਨੇ, ਅੰਤ ਸਮੇਂ ਇਹਨਾਂ ਦੇ ਵਿੱਚੋਂ ਕਿਸੇ ਨੇ ਸਾਡਾ ਅੱਗੇ ਸਹਾਈ ਨਹੀਂ ਹੋਣਾ। ਇੱਧਰ ਸੰਸਾਰ ਦਾ ਤਾਂ ਜਿਹੜਾ ਪਿਆਰ ਇਹ ਤਾਂ ਸਿਰਫ ਮਾਇਆ ਤੱਕ ਸੀਮਤ ਹੈ। ਜੇ ਹੁਣ ਅੰਤ ਸਮਾਂ ਕੋਈ ਪਤਾ ਨਹੀਂ ਵੀ ਕਿੱਦਾਂ ਦਾ, ਜੇ ਹੁਣ ਸਰੀਰ ਨੂੰ ਕੋਈ ਰੋਗ ਲੱਗ ਜੇ, ਸਰੀਰ ਨਕਾਰਾ ਹੋ ਜੇ,
ਹੁਣ ਆਪਦੀ ਕਿਰਿਆ ਜੀਵ ਆਪ ਸੋਧ ਨਹੀਂ ਸਕਦਾ, ਉਹ ਪਰਿਵਾਰ ਦੇ ਮੈਂਬਰਾਂ 'ਤੇ ਮਨਸਰ ਹੋ ਜਾਂਦਾ। ਜਦੋਂ ਉਹਨਾਂ 'ਤੇ ਮਨਸਰ ਹੋ ਜਾਂਦਾ ਉਹ ਫਿਰ ਬੋਝ ਮੰਨਦੇ ਉਹਨੂੰ, ਬਈ ਜ਼ਿਆਦਾ ਹੁਣ ਇਹ ਉੱਠ ਕੇ ਖੜਾ ਹੋਵੇ, ਜਾਂ ਤਾਂ ਆਪਦੀ ਕਿਰਿਆ ਆਪ ਸੋਧੇ, ਜਾਂ ਇਹਦਾ ਛੁਟਕਾਰਾ ਹੋ ਜੇ। ਵੀ ਔਖਾ ਬੜਾ ਔਖਾ ਅਸਲ ਦੇ ਵਿੱਚ ਉਹਨੂੰ ਤਾਂ ਚਲੋ ਜਿਹੜਾ ਹੈਗਾ, ਦੂਜੇ ਵੱਧ ਔਖਾ ਮੰਨਦੇ ਆਪਦੇ ਆਪ ਨੂੰ ਅਖਿਆਈ, ਬਈ ਇਹਦਾ ਛੁਟਕਾਰਾ ਹੋ ਜੇ ਤੇ ਚੰਗਾ, ਪੜਦਾ ਹੀ ਪੈ ਜੇ ਹੁਣ ਤੇ ਵਧੀਆ। ਹੁਣ ਉਦੋਂ ਜੀਵ ਦੇ ਫਿਰ ਬੰਧਨ ਟੁੱਟਦੇ, ਜਿਹੜਾ ਮਨਮੁਖ ਹੈ ਨਾ ਉਹਦੇ ਬੰਧਨ ਉਦੋਂ ਟੁੱਟਦੇ। ਬਈ ਜਿਨ੍ਹਾਂ ਦੀ ਖਾਤਰ ਉਹ ਸਾਰੀ ਉਮਰ ਸਾਰਾ ਜੀਵਨ ਲੱਗਿਆ ਰਿਹਾ ਕੰਮ ਕਰਨ, ਜਦੋਂ ਉਹ ਨਕਾਰਾ ਹੋ ਗਿਆ ਤੇ ਉਹ ਮੁਸੀਬਤ ਮੰਨਦੇ, ਹੁਣ ਉਹਨੂੰ ਬੋਝ ਮੰਨਦੇ, ਫਿਰ ਉਹਦੇ ਬੰਧਨ ਟੁੱਟਦੇ। ਵੀ ਇਹ ਮੇਰੀ ਹੁਣ ਨਹੀਂ ਬਾਤ ਪੁੱਛਦੇ ਤੇ ਅੱਗੇ ਇਹਨਾਂ ਨੇ ਮੇਰਾ ਕਿੱਥੋਂ ਸਾਥ ਦੇਣਾ, ਉਦੋਂ ਫਿਰ ਉਹਦੇ ਬੰਧਨ ਟੁੱਟ ਜਾਂਦੇ। ਜਦੋਂ ਬੰਧਨ ਟੁੱਟਦੇ ਉਹਨੂੰ ਗਿਆਨ ਨਹੀਂ ਹੈ, ਉਹਨੂੰ ਸੋਝੀ ਨਹੀਂ ਲਈ। ਹੁਣ ਆਪਾਂ ਤਾਂ ਇਹ ਸੰਗਤ ਕਰਕੇ ਸਿਮਰਨ ਕਰਕੇ ਪਹਿਲਾਂ ਹੀ ਬੰਧਨਾਂ ਨੂੰ ਤੋੜ ਰਹੇ ਹਾਂ। ਸਤਿਗੁਰੂ ਇਸ ਲਈ ਕਹਿੰਦੇ ਵੀ ਜਿਹੜੇ ਪਰਮਾਤਮਾ ਨੂੰ ਧਿਆਉਂਦੇ ਉਹ ਜਿਉਂਦੇ ਜੀ ਇਹਨਾਂ ਬੰਧਨਾਂ ਤੋਂ ਪਹਿਲਾਂ ਹੀ ਯਾਦ ਹੋ ਜਾਂਦੇ। ਕਹਿਤ ਕਬੀਰਾ ਜੋ ਹਰ ਧਿਆਵੇ ਜੀਵਤ ਬੰਧਨ ਤੋੜੇ। ਬਈ ਜਿਹੜੇ ਪਰਮਾਤਮਾ ਨੂੰ ਧਿਆਉਂਦੇ ਉਹ ਜਿਉਂਦੇ ਜੀ ਇਹਨਾਂ ਬੰਧਨਾਂ ਤੋਂ ਯਾਦ ਹੋ ਜਾਂਦੇ, ਉਹ ਇਹਨਾਂ ਬੰਧਨਾਂ 'ਚ ਇਹਨਾਂ ਤੋਂ ਆਸਾਂ ਨਹੀਂ ਰੱਖਦੀ। ਹੁਣ ਜਿਹੜਾ ਮਨਮੁਖ ਉਹ ਬੰਧਨਾਂ 'ਚ ਵੱਜਿਆ ਹੋਏ, ਜਦੋਂ ਸਰੀਰ ਨਕਾਰਾ ਹੋ ਗਿਆ ਤੇ ਉਹਦੇ ਬੰਧਨ ਟੁੱਟੇ ਤੇ ਉਦੋਂ ਉਹਨੂੰ ਗਿਆਨ ਨਹੀਂ ਹੈ, ਕਿਉਂਕਿ ਪਹਿਲਾਂ ਉਹਨੇ ਸਿਮਰਨ ਕੀਤਾ ਨਹੀਂ। ਜਦੋਂ ਸਰੀਰ ਤੰਦਰੁਸਤੀ ਸੀ ਉਦੋਂ ਉਹਨੇ ਸੰਗਤ ਨਹੀਂ ਕੀਤੀ, ਉਦੋਂ ਉਹਨੇ ਗਿਆਨ ਨਹੀਂ ਲਿਆ, ਗੁਰੂ ਦੀ ਮੱਤ ਨਹੀਂ ਲਈ, ਤੇ ਉਹਨੂੰ ਅੱਗੇ ਪਤਾ ਨਹੀਂ ਵੀ ਮੈਂ ਜਾਣਾ ਕਿੱਥੇ। ਇੱਧਰ ਉਹ ਬੋਝ ਮੰਨਦੇ ਪਰਿਵਾਰ ਦੇ ਮੈਂਬਰ। ਫਿਰ ਇਸੀ ਹਾਲਤ ਦੇ ਵਿੱਚ ਫਿਰ ਮਹਾਰਾਜ ਗੁਰਬਾਣੀ 'ਚ ਦੱਸਦੇ ਬਾਬਾ ਫਰੀਦ ਜੀ, ਬਈ ਕਈ ਐਸੇ ਕਬੀਲੇ ਨੇ ਸੰਸਾਰ ਦੇ ਵਿੱਚ, ਉਹ ਦੇਖਦੇ ਵੀ ਜਦੋਂ ਜੀਵ ਨਕਾਰਾ ਹੋ ਗਿਆ, ਵੀ ਸਰੀਰ ਇਹਦਾ ਕੰਮ ਨਹੀਂ ਕਰਦਾ, ਸਵਾਸ ਅਜੇ ਚੱਲਦੇ ਨੇ, ਉਹ ਕੀ ਕਰਦੇ, ਉਹਨੂੰ ਚੁੱਕਦੇ ਤੇ ਚੱਕ ਕੇ ਉਹਨੂੰ ਜੰਗਲ 'ਚ ਸੁੱਟਿਆ ਹੁੰਦੀ। ਜਿਵੇਂ ਆਬਾ ਪਸ਼ੂਆਂ ਦੀਆਂ ਹੱਡਾਂ ਰੋੜੀਆਂ ਬਣਾਈਆਂ ਹੁੰਦੀਆਂ, ਇਸੇ ਤਰ੍ਹਾਂ ਉਹਨਾਂ ਨੇ ਬਣਾਈਆਂ। ਉਹ ਹਜੇ ਉਹਦੇ ਸਵਾਸ ਚੱਲਦੇ ਨੇ ਤੇ ਉਹ ਜਾ ਕੇ ਉੱਥੇ ਉਹਨੂੰ ਸਿੱਟ ਕੇ ਆ ਜਾਂਦੇ ਵੀ ਚਲੋ ਇੱਥੇ ਇਹਨੂੰ ਆਪੇ ਖਾ ਜਾਣਗੇ ਜੀਵ। ਹੁਣ ਜਦੋਂ ਉੱਥੇ ਪਿਆ ਹੈ ਤੇ ਉੱਥੇ ਫਿਰ ਕਾਂ ਆਉਂਦੀ। ਜਦੋਂ ਕਾਂ ਆਉਂਦੇ, ਹੁਣ ਉਹਦਾ ਜਿਹੜਾ ਇਹ ਸਰੀਰ ਸਾਹ ਚੱਲਦੇ ਨੇ, ਹਜੇ ਸੁਰਤੀ ਕੰਮ ਕਰਦੀ ਹੈ ਪਰ ਹੱਥ ਪੈਰ ਕੰਮ ਨਹੀਂ ਕਰਦੀ। ਉਹ ਹੱਥਾਂ ਨਾਲ ਕਾਂ ਨੂੰ ਅਡਾ ਨਹੀਂ ਸਕਦਾ, ਚੁੱਕੇ ਨਹੀਂ ਜਾਂਦੇ, ਪੈਰ ਚੁੱਕੇ ਨਹੀਂ ਜਾਂਦੇ। ਹੁਣ ਕਾਂ ਦਾ ਜਿਹੜਾ ਸੁਭਾਅ ਉਹ ਪਹਿਲਾਂ ਅੱਖਾਂ ਨੂੰ ਪੈਂਦਾ, ਉਹ ਅੱਖਾਂ ਨੂੰ ਕੱਢਦਾ, ਫਿਰ ਉਹ ਸੁਰਤੀ ਦੁਬਾਰਾ ਬੇਨਤੀ ਕਰਦਾ, ਬਈ ਹੋਰ ਬੇਸ਼ੱਕ ਤੂੰ ਮੇਰਾ ਸਾਰਾ ਮਾਸ ਚੂੰਡ ਕੇ ਖਾ ਲਾ, ਪਰ ਮੇਰੀਆਂ ਅੱਖਾਂ ਨੂੰ ਨਾ ਖਾਈ ਹਜੇ, ਕਿਉਂਕਿ ਮੈਨੂੰ ਆਸ ਹੈ ਹਜੇ ਉਹ ਪਿਆਰੇ ਪ੍ਰੀਤਮ ਨੂੰ ਦੇਖਣ ਦੀ। ਮਹਾਰਾਜ ਕਹਿੰਦੇ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਪੈਰ ਦੇਖਣ ਕੀ ਆਸ। ਮੈਨੂੰ ਹਜੇ ਆਸ ਹੈ ਉਹ ਪੈਰ ਨੂੰ ਦੇਖਣ ਦੀ ਮਾਲਕ। ਹੁਣ ਇਹ ਹਾਲਤ ਇਹ ਸਰੀਰ ਦੀ ਹੁੰਦੀ, ਬਈ ਜਿਹਦੇ ਤੇ ਜੀਵ ਪਹਿਲਾਂ ਬੜਾ ਅਭਿਮਾਨ ਕਰਦਾ, ਹੰਕਾਰ ਕਰਦਾ। ਮਹਾਰਾਜ ਕਹਿੰਦੇ ਵੀ ਇਹਦਾ ਕਾਹਦਾ ਹੰਕਾਰ, ਵੀ ਜਿਹਨੇ ਅੰਤ ਸਮੇਂ ਮਿੱਟੀ 'ਚ ਹੀ ਮਿਲ ਜਾਣਾ, ਇਹਨੇ ਤਾਂ ਇੱਕ ਦਿਨ ਖਾਕ ਹੋ ਜਾਣਾ। ਫਿਰ ਇਸ ਵਾਸਤੇ ਸਾਨੂੰ ਕਹਿੰਦੇ ਵੀ ਆਪਦਾ ਅਸਲ ਘਰ ਲੱਭ ਲਓ, ਵੀ ਇਹ ਤਾਂ ਘਰ ਸਾਨੂੰ ਇੱਕ ਦਿਨ ਛੱਡਣਾ ਹੀ ਪੈਣਾ, ਇਹ ਤਾਂ ਜਾਣਾ ਹੀ ਜਾਣਾ। ਅਸੀਂ ਜਿਨ੍ਹਾਂ ਨਾਲ ਅਸੀਂ ਬੰਧਨਾਂ 'ਚ ਬੱਝੇ ਹਾਂ ਤੇ ਉਹੀਓ ਸਾਨੂੰ
ਪਰ ਇੱਕ ਰਾਤ ਨਹੀਂ ਘਰ 'ਚ ਵੱਧ ਰੱਖਦੇ ਸਰੀਰ ਨੂੰ। ਉਹੀ ਉਹ ਕਹਿਣਗੇ ਵੀ ਹੁਣ ਸਮਾਂ ਬਹੁਤਾ ਹੁੰਦਾ ਵੀ ਟਾਈਮ ਨਾਲ ਹੀ ਸੰਸਕਾਰ ਕਰ ਦਈਏ ਤੇ ਚੰਗਾ। ਇਸ ਵਾਸਤੇ ਸਾਨੂੰ ਕਹਿੰਦੇ ਵੀ ਜਿਵੇਂ ਇੱਕ ਦੀਵਾ ਹੁੰਦਾ ਮਿੱਟੀ ਦਾ, ਉਹ ਦੀਵੇ ਦੀ ਓਨਾ ਸਮਾਂ ਹੀ ਕਦਰ ਹੈ ਜਿੰਨਾ ਸਮਾਂ ਉਹਦੇ ਵਿੱਚ ਤੇਲ ਹੈ ਤੇ ਉਹਦੇ ਵਿੱਚ ਬੱਤੀ ਹੈ। ਉਹ ਚਾਨਣ ਕਰਦਾ ਹੈ, ਜਦੋਂ ਉਹਦਾ ਤੇਲ ਮੁੱਕ ਜਾਂਦਾ ਹੈ, ਬੱਤੀ ਸੁੱਕ ਜਾਂਦੀ ਹੈ, ਫਿਰ ਉਹ ਮਿੱਟੀ ਦੇ ਦੀਵੇ ਨੂੰ ਕੋਈ ਘਰ 'ਚ ਸੰਭਾਲ ਕੇ ਨਹੀਂ ਰੱਖਦਾ, ਉਹਨੂੰ ਚੱਕ ਕੇ ਬਾਹਰ ਸੁੱਟ ਦਿੰਦੇ। ਹੁਣ ਉਹੀਓ ਹਾਲਤ ਸਤਿਗੁਰੂ ਇਹ ਸਾਡੇ ਧੰਨ ਦੀ ਦੱਸਦੇ ਨੂੰ ਮਿੱਟੀ ਦਾ ਦੀਵਾ ਕਹਿੰਦੇ ਵੀ ਇਹਦੇ ਵਿੱਚ ਮਾਲਕ ਦੀ ਜੋਤ ਹੈ, ਨਾਮ ਤੇ ਪਾਉਣ ਰੂਪੀ ਤੇਲ ਹੈ। ਇਹਦੇ ਵਿੱਚ ਜਦ ਤੱਕ ਦਾ ਤੇਲ ਹੈਗਾ ਹੈ, ਬੱਤੀ ਹੈਗੀ ਹੈ, ਉਹਨਾਂ ਸਮਾਂ ਇਹਦੀ ਕਦਰ ਹੈ। ਜਦੋਂ ਤੇਲ ਮੁੱਕ ਗਿਆ, ਬੱਤੀ ਸੁੱਕ ਗਈ, ਤੇ ਇਹ ਸਰੀਰ ਨੂੰ ਕਿਸੇ ਨੇ ਨਹੀਂ ਸਾਂਭਣਾ ਘਰ ਦੇ ਵਿੱਚ, ਇਹਨੂੰ ਜਾ ਕੇ ਸੰਸਕਾਰ ਕਰ ਦੇਣਗੇ। ਕੋਈ ਮਿੱਟੀ 'ਚ ਦੱਬ ਦਿੰਦਾ, ਕੋਈ ਪਾਣੀ 'ਚ ਰੋੜੇ ਹੁੰਦੇ, ਇਹ ਆਪ ਅੱਗ ਲਾ ਦਿੰਦੇ। ਹੁਣ ਮਹਾਰਾਜ ਕਹਿੰਦੇ ਵੀ ਇਹ ਓਨਾ ਸਮਾਂ ਜਿੰਨਾ ਸਮਾਂ ਇਹਦੇ ਵਿੱਚ ਤੇਲ ਤੇ ਬੱਤੀ ਹੈ। ਇਸ ਲਈ ਫਰਮਾਉਂਦੇ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੇ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ। ਰੇ ਬੌਰੇ ਤੋਹਿ ਘੜੀ ਨਾ ਰਾਖੇ ਕੋਈ, ਤੂੰ ਰਾਮ ਨਾਮ ਜਪ ਸੋਈ। ਮਹਾਰਾਜ ਮਾਨੋ ਕਹਿੰਦੇ ਵੀ ਬੌਰਿਆ ਕਮਲਿਆ, ਤੈਨੂੰ ਇੱਕ ਘੜੀ ਵੀ ਕਿਸੇ ਨੇ ਵੱਧ ਨਹੀਂ ਰੱਖਣਾ। ਬਈ ਤੂੰ ਕਿਉਂ ਨਹੀਂ ਪਰਮਾਤਮਾ ਦਾ ਸਿਮਰਨ ਕਰਦਾ, ਤੂੰ ਕਿਉਂ ਨਹੀਂ ਉਹਦੇ ਨਾਲ ਜੁੜਦਾ, ਜਿਹਨੇ ਆਦ ਅੰਤ ਹਰ ਸਮੇਂ ਸਾਡੇ ਨਾਲ ਸਹਾਈ ਹੋਣਾ। ਤਾਂਹੀਓ ਫਿਰ ਗੁਰਮੁਖਾਂ ਨੇ ਆਖਿਆ ਵੀ ਸਾਡਾ ਤਾਂ ਉਹੀਓ ਅਸਲ ਮਿੱਤਰ ਹੈ ਪਰਮਾਤਮਾ, ਜਿਹੜਾ ਸਾਨੂੰ ਅੰਤ ਸਮੇਂ ਵੀ ਨਹੀਂ ਇਕੱਲਿਆਂ ਨੂੰ ਛੱਡਦਾ। ਜਦੋਂ ਅਸੀਂ ਇੱਧਰ ਆਏ ਮਾਤਾ ਦੇ ਗਰਭ 'ਚ, ਉੱਥੇ ਵੀ ਉਹਨੇ ਸਾਡੀ ਰੱਖਿਆ ਕੀਤੀ। ਤੇ ਹੁਣ ਜਿੰਨਾ ਸਾਡਾ ਜੀਵਨ ਹੈ, ਉਹ ਹੁਣ ਵੀ ਸਾਡੇ ਨਾਲ ਹੈ। ਮਹਾਰਾਜ ਇਸ ਲਈ ਫਰਮਾਉਂਦੇ ਆਦ ਮੱਧ ਜੋ ਅੰਤ ਨਿਭਾਵੇ, ਸੋ ਸਾਜਨ ਮੇਰਾ ਮਨ ਚਾਹੇ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਵੀ ਉਹ ਸੱਜਣ ਨੂੰ ਸਾਡਾ ਮਨ ਚਾਹੁੰਦਾ ਹੈ, ਵੀ ਜਿਹੜਾ ਹਰ ਸਮੇਂ ਸਾਡੇ ਨਾਲ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਵੀ ਉਹਨੂੰ ਸੱਜਣ ਬਣਾਓ ਮਾਲਕ, ਵੀ ਜਿਹੜੇ ਸੱਜਣ ਨੇ ਸਾਨੂੰ ਕਦੇ ਇਕੱਲਿਆਂ ਛੱਡਣਾ ਨਹੀਂ, ਜਿਹੜਾ ਹਰ ਸਮੇਂ ਸਾਡੇ ਅੰਗ ਸੰਗ ਹੈ, ਸਦਾ ਅੰਗ ਸੰਗੀ। ਹੁਣ ਉਹ ਜੋ ਮਾਲਕ ਸਦਾ ਸਾਡੇ ਅੰਗ ਸੰਗ ਹੈ, ਉਹਨੂੰ ਅਸੀਂ ਸਿੱਧਾ ਨਹੀਂ ਜਾਣ ਸਕਦੇ, ਕਿਉਂਕਿ ਉਹ ਸੂਖਮ ਹੈ, ਅਦਿੱਖ ਹੈ, ਉਹ ਪ੍ਰਕਾਸ਼ ਰੂਪ ਹੈ। ਸਿੱਧਾ ਮਾਲਕ ਉਹਨਾਂ ਨੂੰ ਜਣਾਉਂਦੇ ਜਿਨ੍ਹਾਂ ਤੇ ਪੂਰੇ ਪ੍ਰਸੰਨ ਹੁੰਦੇ, ਜਿਨ੍ਹਾਂ ਦੇ ਪ੍ਰਸੰਨ ਹੋ ਗਏ ਉਹਨਾਂ ਨੂੰ ਆਪਣਾ ਆਪਾ ਜਣਾ ਦਿੱਤਾ। ਤੇ ਫਿਰ ਉਹਨਾਂ ਗੁਰਮੁਖਾਂ ਦੀ ਡਿਊਟੀ ਲਾਉਂਦੇ, ਉਹਨਾਂ ਦੇ ਮੁਖ ਰਾਹੀਂ ਫਿਰ ਆਪ ਬੋਲਦੇ ਤੇ ਫਿਰ ਸਾਨੂੰ ਦੱਸਦੇ, ਆਪਣੇ ਆਪੇ ਦਾ ਭੇਤ ਦਿੰਦੇ। ਬਈ ਇੱਧਰ ਜੋ ਅਸੀਂ ਮਾਇਆ ਦੇ ਰੰਗ ਦੇਖਦੇ ਹਾਂ ਤ੍ਰੈ ਗੁਣਾਂ ਦੇ ਵਿੱਚ, ਪਰਮਾਤਮਾ ਜੋ ਇਹਨਾਂ ਰੰਗਾਂ ਤੋਂ ਵੱਖਰਾ ਹੈ, ਉਹ ਨਿਰੋਲ ਪ੍ਰਕਾਸ਼। ਮਾਰੇ ਫਰਮਾਉਂਦੇ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭੈਨ, ਤਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਬਈ ਜਿਨ੍ਹਾਂ ਦੇ ਪੂਰੇ ਪ੍ਰਸੰਨ ਹੋ ਗਏ ਨੇ, ਉਹਨਾਂ ਨੂੰ ਆਪਣਾ ਆਪਾ ਬੁਝਾ ਦਿੱਤਾ। ਫਿਰ ਉਹ ਗੁਰਮੁਖ ਆਪਾਂ ਨੂੰ ਦੱਸਦੇ ਬਈ ਮਾਲਕ ਹਰ ਸਮੇਂ ਅੰਦਰ ਬਾਹਰ ਸਾਡੇ ਨਾਲ ਹੈ, ਸਾਡੇ ਅੰਦਰ ਵੀ ਉਹਦੀ ਹੀ ਜੋਤ ਹੈ, ਉਹਦਾ ਹੀ ਪ੍ਰਕਾਸ਼ ਹੈ, ਤੇ ਬਾਹਰ ਵੀ ਚਾਰ ਚੁਫੇਰੇ ਮਾਲਕ ਦਾ ਪ੍ਰਕਾਸ਼ ਹੀ। ਪਰਮਾਤਮਾ ਸਾਡੇ ਇੰਨਾ ਨੇੜੇ ਹੈ ਵੀ ਇਹ ਸਾਡੇ ਹੱਥ ਨੇ, ਜਿਹੜੇ ਹੱਥ ਵੀ ਦੂਰ ਨੇ ਉਹ ਸਾਡੇ ਹੱਥਾਂ ਤੋਂ ਵੀ ਨੇੜੇ ਵਸਦਾ।
ਫਰਮਾਉਂਦੇ ਨੇ, ਕਹੇ ਰਵਿਦਾਸ ਹੱਥ ਪੈ ਨੇੜੇ, ਬਈ ਸਾਡੇ ਹੱਥਾਂ ਤੋਂ ਵੀ ਨੇੜੇ। ਜਿਵੇਂ ਅੱਗੇ ਕਹਿੰਦੇ ਹੁੰਦੇ ਸੀ ਨਾ, ਵੀ ਦੱਸ ਰੱਬ ਨੇੜੇ ਕਿ ਸਾਡੇ ਹੱਥਾਂ ਤੋਂ ਵੀ ਨੇੜੇ ਵਸਦਾ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਉਹ ਇੰਨਾ ਨੇੜੇ, ਤੇ ਫਿਰ ਸਾਨੂੰ ਦਿਸਦਾ ਕਿਉਂ ਨਹੀਂ? ਉਹ ਸਾਨੂੰ ਇਸ ਕਰਕੇ ਨਹੀਂ ਦਿਸ ਰਿਹਾ ਕਿਉਂਕਿ ਸਾਡੇ ਇਹਨਾਂ ਨੇਤਰਾਂ 'ਤੇ ਜਾਲ ਪਾਇਆ ਹੋਇਆ ਕਾਲ ਨੇ। ਸਾਡੇ ਦੇ ਮਾਲਕ ਦੇ ਵਿੱਚ ਪੜਦਾ ਪਿਆ ਹੋਇਆ ਭਰਮ ਦਾ, ਹਉਮੈ ਦਾ। ਜਿਵੇਂ ਕਾਗਜ਼ ਹੁੰਦਾ, ਕਾਗਜ਼ ਤੋਂ ਵੀ ਬਰੀਕ ਸਾਡੇ ਦੇ ਮਾਲਕ ਦੇ ਵਿੱਚ ਹੀ ਪੜਦਾ ਹੈ। ਮਾਰੇ ਫਰਮਾਉਂਦੇ, ਹਉ ਹਉ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ, ਭਾ ਮੀਰੀ ਕੇ ਪਾਤ ਪਾਰ ਦੋ, ਬਿਨ ਭੇਖੇ ਦੂਰ ਆਇਓ। ਬਈ ਸਾਡੇ ਦੇ ਮਾਲਕ ਦੇ ਵਿੱਚ ਕੋਈ ਇਹ ਨਹੀਂ ਵੀ ਅਸੀਂ ਆਖੀਏ ਵੀ ਰੱਬ ਬਹੁਤ ਦੂਰ ਆ ਸੱਚ। ਮਹਾਰਾਜ ਦਾ ਕਹਿੰਦੇ ਵੀ ਉਹ ਜਿਵੇਂ ਭਾਂਬਟ ਹੁੰਦਾ, ਤਿਤਲੀ, ਉਹ ਤੋਂ ਵੀ ਫਰ ਜਿਹੜੇ ਉਹ ਤੋਂ ਵੀ ਬਰੀਕ ਸਾਡੇ ਦੇ ਮਾਲਕ ਦੇ ਵਿੱਚ ਪੜਦਾ ਇੰਨਾ ਕਾ ਬਸ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਪਿੱਛੋਂ ਤਾਂ ਜਿਵੇਂ ਲਾਈਟ ਹੈਗੀ ਹੈ, ਜੋਤ ਹੈਗੀ ਹੈ, ਪਰ ਉਹਦਾ ਸਾਨੂੰ ਇਸਤੇਮਾਲ ਕਰਨਾ ਭੁੱਲ ਗਏ, ਵਿੱਚ ਪੜਦਾ ਆ ਗਿਆ। ਜਿਵੇਂ ਆਪਾਂ ਦੇਖਦੇ ਹਾਂ ਵੀ ਕਈਆਂ ਨੂੰ ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ, ਉਹਨਾਂ ਦੇ ਮੋਤੀ ਆ ਜਾਂਦਾ ਜਿਵੇਂ, ਉਹ ਫਿਰ ਡਾਕਟਰਾਂ ਪਾਸ ਜਾਂਦੇ ਤੇ ਉਹ ਮੂਹਰੇ ਉਹ ਪੜਦਾ ਆ ਜਾਂਦਾ ਤੇ ਉਹ ਪੜਦਾ ਪਾਸੇ ਕਰ ਦਿੰਦੇ, ਉਹਨੂੰ ਫਿਰ ਦਿਸਣ ਲੱਗ ਜਾਂਦਾ। ਔਰ ਇਸੇ ਤਰ੍ਹਾਂ ਹੀ ਸਾਡੇ ਦੇ ਮਾਲਕ ਦੇ ਵਿੱਚ ਇਹ ਪੜਦਾ ਹੈ। ਇਹ ਪੜਦਾ ਫਿਰ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਜਾਂਦੇ, ਉਹ ਗੁਰੂ ਪੜਦਾ ਪਾਸੇ ਕਰ ਦਿੰਦਾ। ਜਦੋਂ ਪੜਦਾ ਪਾਸੇ ਕਰ ਦਿੰਦੇ, ਸਾਨੂੰ ਸਾਹਮਣੇ ਪਰਮਾਤਮਾ ਦਿਸਣਾ ਸ਼ੁਰੂ ਹੋ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਵੀ ਪਹਿਲਾਂ ਅਸੀਂ ਸੁਣਦੇ ਸੀ ਵੀ ਰੱਬ ਬੜਾ ਨੇੜੇ ਆ, ਪਰਮਾਤਮਾ ਬੜਾ ਨੇੜੇ ਆ, ਪਰ ਦੇਖਿਆ ਨਹੀਂ ਸੀ ਕਿਉਂਕਿ ਵਿੱਚ ਪੜਦਾ ਸੀ। ਤੇ ਜਦੋਂ ਗੁਰੂ ਦੀ ਸ਼ਰਨ 'ਚ ਗਏ, ਗੁਰੂ ਨੇ ਪੜਦਾ ਪਾਸੇ ਕਰ ਦਿੱਤਾ ਤੇ ਨੇੜੇ ਦਿਖਾ ਦਿੱਤਾ ਵੀ ਆਹ ਪਰਮਾਤਮਾ ਹੈ, ਆਹ ਰੱਬ ਹੈ। ਮਹਾਰਾਜ ਇਸ ਲਈ ਫਰਮਾਉਂਦੇ, ਨਿਕਟ ਸੁਣਿਓ ਔਰ ਪੇਖਿਓ ਨਾਹੀਂ, ਭਰਮ ਭਰਮ ਦੁੱਖ ਭਰੀਆ, ਹੋਏ ਕਿਰਪਾਲ ਗੁਰ ਲਾਇਓ ਪਾਰ ਦੋ, ਮਿਲਿਓ ਲਾਲ ਮਨ ਹਰੀਆ। ਬਈ ਗੁਰੂ ਨੇ ਪੜਦਾ ਭਰਮ ਦਾ ਪਾਸੇ ਕਰਕੇ ਸਾਨੂੰ ਮਾਲਕ ਦੇ ਸਨਮੁਖ ਕਰਨਾ ਹੁੰਦਾ। ਪਹਿਲਾਂ ਅਸੀਂ ਜਦੋਂ ਪਰਮਾਤਮਾ ਨੂੰ ਨਹੀਂ ਦੇਖਦੇ, ਉਦੋਂ ਕਹਿੰਦੇ ਨੇ ਬੇਮੁਖ ਨੇ। ਬੇਮੁਖ ਹੁੰਦਾ ਵੀ ਜਿਹੜੇ ਰੱਬ ਨੂੰ ਦੇਖਦੇ ਨਹੀਂ, ਉਹਨਾਂ ਨੂੰ ਕਹਿੰਦੇ ਵੀ ਬੇਮੁਖ ਨੇ, ਵੀ ਇਹਨਾਂ ਨੇ ਰੱਬ ਵੱਲ ਪਿੱਠ ਕੀਤੀ ਹੋਈ ਹੈ, ਇਹਨਾਂ ਦਾ ਮੁਖ ਨਹੀਂ ਹੈ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਕਹਿੰਦੇ ਵੀ ਇਹ ਸਨਮੁਖ ਨੇ। ਸਨਮੁਖ ਹੁੰਦਾ ਵੀ ਜਿਹੜੇ ਸਾਹਮਣੇ ਦੇਖਦੇ ਨੇ ਮਾਲਕ ਨੂੰ ਪ੍ਰਤੱਖ। ਮਹਾਰਾਜ ਇਸ ਲਈ ਫਰਮਾਉਂਦੇ, ਕਹਿੰਦੇ ਕੌਣ ਸੋ ਸਨਮੁਖ, ਕੌਣ ਬੇਮੁਖੀ ਹੈ। ਬਈ ਕੌਣ ਸਨਮੁਖ ਤੇ ਬੇਮੁਖ ਕੌਣ ਹੈ? ਮਹਾਰਾਜ ਕਹਿੰਦੇ ਗੁਰਮੁਖ ਸਨਮੁਖ, ਮਨਮੁਖ ਬੇਮੁਖੀ ਆ। ਵੀ ਗੁਰਮੁਖ ਸਨਮੁਖ ਤੇ ਮਨਮੁਖ ਬੇਮੁਖ ਹੋਇਆ ਹੋਇਆ ਪਰਮਾਤਮਾ ਤੋਂ। ਹੁਣ ਜੇ ਅਸੀਂ ਪਰਮਾਤਮਾ ਤੋਂ ਬੇਮੁਖ ਹੀ ਰਹੇ, ਫਿਰ ਮਹਾਰਾਜ ਕਹਿੰਦੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਵੀ ਜੇ ਅਸੀਂ ਰਾਮ ਤੋਂ, ਵਾਹਿਗੁਰੂ ਤੋਂ ਬੇਮੁਖੀ ਹੋਏ ਰਹੇ, ਉਹਦੇ ਸਨਮੁਖ ਹੋਈ ਨਾ, ਫਿਰ ਸਾਨੂੰ ਇਹ ਜਨਮ ਮਰਨ ਦਾ ਰੋਗ ਜਿਹੜਾ ਇਹ ਲੱਗਿਆ ਹੀ ਰਹਿਣਾ। ਅਸੀਂ ਵਾਰ-ਵਾਰ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਹੀ ਰਹਿਣਾ। ਸੋ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਹੁਣੇ ਸਾਨੂੰ ਮੌਕਾ, ਹੁਣੇ ਸਾਨੂੰ ਵਾਰੀ, ਹੁਣ ਅਸੀਂ ਸਨਮੁਖ ਹੋ ਸਕਦੇ। ਹੋਰਾਂ ਕਾਰਾਂ, ਹੋਰਾਂ ਜੂਨਾਂ 'ਚ ਮੌਕਾ, ਇਹ ਵਾਰੀ ਨਹੀਂ ਹੈ ਵੀ ਉਹ ਸਨਮੁਖ ਹੋ ਜਾਣ। ਸਿਰਫ ਮਾਨਸ ਜਾਮੇ ਵਿੱਚ ਹੀ ਇਹ ਆਪਾਂ ਨੂੰ ਹੁਣ ਵਾਰੀ ਦਿੱਤੀ ਜਾਂਦੀ ਵੀ ਹੁਣ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਇਹ ਜਿਹੜਾ ਆਪਦਾ ਕਾਰਜ ਇਹਨੂੰ ਸਵਾਰ ਸਕਦੇ। ਤਾਈਓ ਆਪਾਂ ਨੂੰ ਰੋਜ਼ ਸਮਝਾਉਂਦੇ ਵੀ ਸਾਡਾ ਸਮਾਂ ਰੋਜ਼ ਦੀ ਰੋਜ਼ ਘਟਦਾ ਜਾ ਰਿਹਾ, ਦਿਨ ਪੈਰ ਘੜੀਆਂ ਬੀਤਦਾ ਜਾ ਰਿਹਾ। ਬਈ ਹੁਣ ਤੁਸੀਂ ਗੁਰੂ ਦੀ ਸ਼ਰਨ 'ਚ ਜਾ ਕੇ ਮਾਲਕ ਦੇ ਸਨਮੁਖ ਹੋ ਜਾਓ।
ਇਸ ਲਈ ਸਾਨੂੰ ਫਰਮਾਉਂਦੇ, ਔਧ ਘਟੇ ਦਿਨ ਸਰੈ ਨਾਰੀ, ਮਨ ਗੁਰ ਮਿਲ ਕਾਜ ਸਵਾਰੀ। ਬਈ ਗੁਰੂ ਨੂੰ ਮਿਲ ਕੇ ਹੁਣ ਤੋਂ ਆਪਦਾ ਜਿਹੜਾ ਕਾਰਜ ਇਹਨੂੰ ਸਵਾਰ ਲਾ ਛੇਤੀ ਤੋਂ ਛੇਤੀ, ਕਿਉਂਕਿ ਸਮਾਂ ਕੋਈ ਪਤਾ ਨਹੀਂ ਤੇਰਾ ਕਦੋਂ ਖਤਮ ਹੋ ਜਾਵੇ। ਤਾਈਓ ਮਹਾਰਾਜ ਕਹਿੰਦੇ ਸ਼ੀਘਰ ਕਾਰਜ ਲਿਓ ਸਵਾਰ। ਬਈ ਸ਼ੀਘਰ ਛੇਤੀ, ਵੀ ਇਹਦੇ ਵਿੱਚ ਦੇਰੀ ਨਾ ਕਰਿਓ, ਇਹਦੇ ਵਿੱਚ ਢਿੱਲ ਨਾ ਵਰਤਿਓ, ਕਿਉਂਕਿ ਭਰਮ ਦੇ ਵਿੱਚ ਬਹੁਤ ਜੀਵ ਡੁੱਬੇ ਨੇ। ਬਈ ਇਹ ਐਸਾ ਸਾਨੂੰ ਭਰਮ ਪੈਂਦਾ ਵੀ ਕੋਈ ਗੱਲ ਨਹੀਂ, ਹਜੇ ਬਥੇਰਾ ਸਮਾਂ ਪਿਆ, ਹੁਣ ਨਹੀਂ ਫੇਰ ਕਰ ਲਾਂਗੇ, ਹਜੇ ਨਹੀਂ ਸਮਾਂ ਆਇਆ ਫੇਰ ਕਰ ਲਾਂਗੇ। ਇੱਦਾਂ ਕਰਦੇ ਕਰਦੇ ਅਸੀਂ ਪਹਿਲਾਂ ਵੀ ਕਈ ਜਨਮ ਲੰਘਾਤੇ। ਮਹਾਰਾਜ ਕਹਿੰਦੇ ਜਿਉਂ ਅਸੀਂ ਸਤਿਯੁਗ ਤੋਂ ਚੱਲੇ ਹਾਂ, ਚੌਥਾ ਯੁੱਗ ਹੈ ਸਾਨੂੰ ਚੱਲਦਿਆਂ ਨੂੰ, ਅੱਗੇ ਦੀ ਅੱਗੇ ਅਸੀਂ ਆਕਾਰਾਂ 'ਚ ਤੁਰੇ ਆ ਰਹੇ ਹਾਂ। ਮਾਨਸ ਜਾਮਾ ਵੀ ਵਿੱਚ ਦੀ ਮਿਲਦਾ ਹੈ, ਪਰ ਮਾਨਸ ਜਾਮੇ ਵਿੱਚ ਜੇ ਸਾਨੂੰ ਪੂਰਨ ਗੁਰੂ ਨਾ ਮਿਲੇ, ਜੇ ਸਾਨੂੰ ਸਤ ਸੰਗਤ ਨਾ ਮਿਲੇ, ਸਾਨੂੰ ਸੰਤ ਸਾਧੂ ਨਾ ਮਿਲਣ, ਅਸੀਂ ਮਾਨਸ ਜਾਮੇ ਦਾ ਫਿਰ ਵੀ ਨਹੀਂ ਲਾਹਾ ਕੱਢ ਸਕਦੇ, ਅਸੀਂ ਫਿਰ ਵਾਪਸ ਜੂਨਾਂ 'ਚ ਮੁੜ ਜਾਂਦੇ। ਹੁਣ ਆਪਾਂ ਨੂੰ ਬੜਾ ਸੁਨਹਿਰੀ ਮੌਕਾ ਮਾਲਕ ਨੇ ਦਿੱਤਾ, ਬਈ ਹੁਣ ਜੇ ਅਸੀਂ ਰਸਤਾ ਭੁੱਲ ਗਏ ਤੇ ਹੁਣ ਆਪਾਂ ਗੁਰਬਾਣੀ ਗੁਰੂ ਤੋਂ ਪੁੱਛ ਸਕਦੇ। ਜੇ ਆਪਾਂ ਨੂੰ ਫਿਰ ਵੀ ਨਹੀਂ ਪਤਾ ਲੱਗਦਾ, ਆਪਾਂ ਨੂੰ ਸਤ ਸੰਗਤ ਆਪਾਂ ਗੁਰਮੁਖਾਂ ਤੋਂ ਪੁੱਛ ਸਕਦੇ। ਹੁਣ ਤਾਂ ਸਿਰਫ ਅਸੀਂ ਚੱਲਣਾ ਹੀ, ਸਾਡੇ ਵੱਲੋਂ ਢਿੱਲ ਹੈ, ਮਹਾਰਾਜ ਵੱਲੋਂ ਕੋਈ ਢਿੱਲ ਨਹੀਂ ਹੈ। ਜੇ ਆਪਾਂ ਆਖੀਏ ਵੀ ਸਾਨੂੰ ਗਿਆਨ ਨਹੀਂ ਜਾਂ ਸਾਨੂੰ ਦੱਸਣ ਵਾਲਾ ਨਹੀਂ ਕੋਈ, ਹੁਣ ਤਾਂ ਆਪਣੇ ਵਿੱਚ ਹੀ ਕਮੀ ਹੈ। ਸਾਰਾ ਕੁਛ ਆਪਾਂ ਨੂੰ ਦੱਸਿਆ ਹੋਇਆ, ਜਿੱਥੋਂ ਨਹੀਂ ਪਤਾ ਲੱਗਦਾ ਆਪਾਂ ਪੁੱਛ ਸਕਦੇ। ਜੇ ਫੇਰ ਵੀ ਨਹੀਂ ਆਪਾਂ ਇਸ ਰਸਤੇ 'ਤੇ ਚੱਲਦੇ, ਫੇਰ ਵੀ ਨਹੀਂ ਰੱਬ ਨੂੰ ਮਿਲਦੇ, ਫਿਰ ਆਪਾਂ ਨੂੰ ਕਹਿੰਦੇ ਵੀ ਹੁਣ ਇਹ ਤੋਂ ਮਾੜੇ ਭਾਗ ਹੋਰ ਕੀ ਹੋਣ। ਬਈ ਇੱਕ ਤਾਂ ਕੋਈ ਰਸਤਾ ਦੱਸਣ ਵਾਲਾ ਨਾ ਹੋਵੇ ਤੇ ਸਾਨੂੰ ਪਤਾ ਹੀ ਨਾ ਹੋਵੇ, ਫਿਰ ਤਾਂ ਅਸੀਂ ਕਹਿ ਸਕਦੇ। ਹੁਣ ਤਾਂ ਸਾਨੂੰ ਹਰ ਇੱਕ ਪੱਖੋਂ ਗੁਰਬਾਣੀ ਗੁਰੂ ਵਿੱਚ ਹਰ ਇੱਕ ਸ਼ਬਦ ਦੇ ਵਿੱਚ ਸਮਝਾਇਆ ਜਾ ਰਿਹਾ ਬਈ ਹੁਣ ਤੁਸੀਂ ਮਿਲ ਲਓ। ਇਹ ਆਪਾਂ ਫੇਰ ਵੀ ਨਹੀਂ ਜੇ ਰਾਜੀ ਮਿਲਣ ਵਾਸਤੇ, ਫਿਰ ਕਹਿੰਦੇ ਵੀ ਸੱਚਾ ਸਤਿਗੁਰੂ ਕੀ ਕਰੇ। ਜੇ ਹੁਣ ਸਿੱਖਾਂ ਨੇ ਕਹਿਣਾ ਹੀ ਨਹੀਂ ਮੰਨਣਾ, ਉਹਨਾਂ ਨੇ ਆਖੀ ਨਹੀਂ ਲੱਗਣਾ। ਫਿਰ ਮਹਾਰਾਜ ਕਹਿੰਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜਦ ਸਿੱਖਾਂ ਮਾਹੇ ਚੂਕ, ਆਂਦੇ ਇੱਕ ਨਾ ਲੱਗੇ ਜਾਂ ਬਾਂਸ ਵਜਾਈਏ ਫੂਕ। ਫਿਰ ਸੱਚੇ ਸਤਿਗੁਰ ਨੂੰ ਕੋਈ ਅਸੀਂ ਦੋਸ਼ ਨਹੀਂ ਦੇ ਸਕਦੇ। ਸਾਰਾ ਕੁਛ ਆਪਾਂ ਨੂੰ ਦੱਸ ਰਹੇ, ਤੇ ਜੇ ਅਸੀਂ ਫਿਰ ਵੀ ਦੁਖੀ ਹਾਂ, ਸਾਡਾ ਮਨ ਫਿਰ ਵੀ ਅਸ਼ਾਂਤ, ਫਿਰ ਉਹ ਕਹਿੰਦੇ ਵੀ ਸੱਚਾ ਸਤਿਗੁਰੂ ਕੀ ਕਰੇ। ਜੇ ਸਿੱਖਾਂ ਨੇ ਕਹਿਣਾ ਤਾਂ ਮੰਨਣਾ ਹੀ, ਦੁੱਖ ਤਾਂ ਅਸੀਂ ਆਪ ਹੀ ਪੈਦਾ ਕੀਤੇ ਹੋਏ ਨੇ। ਬਈ ਅਸੀਂ ਆਪਦੀ ਜਦੋਂ ਮੱਤ ਵਰਤਦੇ ਹਾਂ, ਫਿਰ ਅਸੀਂ ਦੁੱਖ ਪੈਦਾ ਕਰ ਲੈਂਦੇ। ਸਾਨੂੰ ਕੋਈ ਹੋਰ ਨਹੀਂ ਦੁੱਖ ਦੇ ਰਿਹਾ, ਦੁੱਖ ਅਸੀਂ ਖੁਦ ਪੈਦਾ ਕੀਤੇ ਹੋਏ ਨੇ ਆਪਦੇ ਆਪ ਹੀ। ਜਦੋਂ ਅਸੀਂ ਆਪਦੀ ਮੱਤ ਵਰਤਦੇ ਹਾਂ, ਆਪਦੀ ਮੱਤ ਦੁਆਰਾ ਅਸੀਂ ਦੁੱਖ ਪੈਦਾ ਕਰ ਲੈਂਦੇ। ਇਹੋ ਸਾਨੂੰ ਸਤਿਗੁਰੂ ਕਹਿ ਰਹੇ ਵੀ ਤੁਸੀਂ ਆਪਦੀ ਮੱਤ ਛੱਡੋ, ਤੁਸੀਂ ਆਪਦੀ ਮੱਤ ਨਾ ਵਰਤੋ। ਜੇ ਅਸੀਂ ਆਪਦੀ ਮੱਤ ਛੱਡ ਦਿਆਂਗੇ, ਗੁਰੂ ਦੀ ਮੱਤ ਲੈ ਲਾਂਗੇ, ਤੇ ਸਾਨੂੰ ਕੋਈ ਦੁੱਖ ਨਹੀਂ ਹੈ। ਦੁੱਖ ਉਦੋਂ ਹੀ ਹੈ ਜਦੋਂ ਅਸੀਂ ਆਪਦੀ ਵਿੱਚ ਮੱਤ ਵਰਤਾਂਗੇ, ਅਸੀਂ ਆਪਦੀ ਸਿਆਣਪ ਵਰਤਾਂਗੇ, ਫਿਰ ਅਸੀਂ ਕੋਈ ਨਾ ਕੋਈ ਦੁੱਖ ਪੈਦਾ ਕਰ ਹੀ ਲੈਣਾ। ਜ਼ਰੂਰੀ ਨਹੀਂ ਵੀ ਸਰੀਰ ਦਾ ਦੁੱਖ, ਕੋਈ ਅਸੀਂ ਮਨ ਦਾ ਦੁੱਖ ਪੈਦਾ ਕਰ ਲੈਣਾ। ਬਈ ਅਸੀਂ ਸੋਚ ਕੇ ਹੀ ਦੁੱਖ ਪੈਦਾ ਕਰ ਲੈਂਦੇ ਹਾਂ, ਸੋਚੀ ਜਾਂਦੇ ਹਾਂ ਤੇ ਦੁੱਖ ਪੈਦਾ ਕਰ ਲੈਂਦੇ ਹਾਂ। ਮਹਾਰਾਜ ਸਾਨੂੰ ਫਿਰ ਇਸ ਲਈ ਕਹਿੰਦੇ ਵੀ ਤੁਹਾਡਾ ਸੋਚਿਆ ਹੋਇਆ ਉਵੇਂ ਹੋਣਾ ਨਹੀਂ ਹੈ। ਸੋਚੇ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਅਸੀਂ ਲੱਖਾਂ ਵਾਰ ਵੀ ਸੋਚੀ ਜਾਈਏ, ਵਿਚਾਰ ਬੋਰਨੇ ਲਈ ਜਾਈਏ, ਤੇ ਉਵੇਂ ਤਾਂ ਹੁੰਦਾ ਹੀ ਨਹੀਂ। ਸਾਡਾ ਸੋਚਿਆ ਥੋੜ੍ਹੀ ਹੋਣਾ, ਜੋ ਮਾਲਕ ਨੇ ਕਰਨਾ ਹੋਣਾ ਉਹੀਓ।
ਉਹਦਾ ਕੀਤਾ ਹੋਇਆ ਕੋਈ ਮੇਟ ਨਹੀਂ ਸਕਦਾ। ਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਦੁਖੀ ਕਾਹਤੋਂ ਹੁੰਦੇ, ਜਦੋਂ ਤੁਹਾਡਾ ਸੋਚਿਆ ਹੋਣਾ ਹੀ ਨਹੀਂ ਤੇ ਫਿਰ ਤੁਸੀਂ ਸੋਚਦੇ ਕਾਹਤੋਂ। ਮਹਾਰਾਜ ਇਸ ਲਈ ਫਰਮਾਉਂਦੇ, ਕਬੀਰ ਝਖ ਨਾ ਝਕੀਏ ਤੁਮਰੋ ਕਿਹੋ ਨਾ ਹੋਏ, ਕਰਮ ਕਰੀਮ ਜੋ ਕਰ ਰਹੇ ਸੋ ਮਿਟ ਨਾ ਸਕੇ ਕੋਈ। ਸਾਨੂੰ ਕਹਿੰਦੇ ਵੀ ਝੱਖ ਨਾ ਮਾਰੋ, ਬਈ ਤੁਹਾਡੀ ਸੋਚ ਜਿਹੜੀ ਸਾਡੀ ਸੋਚ ਸਾਨੂੰ ਦੁੱਖਾਂ 'ਚ ਲੈ ਜਾਏਗੀ। ਜਦੋਂ ਅਸੀਂ ਆਪਦੀ ਮੱਤ, ਅਸੀਂ ਆਪਦੀ ਸਿਆਣਪ ਵਰਤਾਂਗੇ, ਸਾਡੀ ਸਿਆਣਪ ਹੀ ਸਾਡੇ ਲਈ ਦੁੱਖ ਪੈਦਾ ਕਰ ਦਿੰਦੀ। ਤਾਂਹੀਓ ਸਾਨੂੰ ਫਿਰ ਕਹਿੰਦੇ ਵੀ ਇਹਨੂੰ ਛੱਡ ਦਿਓ, ਸਿਆਣਪ ਨੂੰ ਤਜ ਦਿਓ। ਤੇ ਕਰੀਏ ਕੀ, ਕਹਿੰਦੇ ਤੁਸੀਂ ਉਹੀਓ ਸਿਮਰਨ ਕਰੋ। ਤਾਂ ਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਬਈ ਜੇ ਅਸੀਂ ਇੱਕ ਤੇ ਆਸ ਰੱਖੀਏ ਮਾਲਕ ਤੇ, ਜੇ ਅਸੀਂ ਉਹਦਾ ਸਿਮਰਨ ਕਰੀਏ ਤੇ ਸਾਡੇ ਦੁੱਖ ਭਰਮ, ਸਾਡੇ ਸਹਿੰਸੇ ਫਿਕਰ ਸਭ ਖਤਮ ਹੋ ਜਾਣ। ਔਰ ਇਸ ਵਾਸਤੇ ਸਾਨੂੰ ਸਮਝਾਉਂਦੇ ਵੀ ਦੁੱਖਾਂ ਦਾ ਜਿਹੜਾ ਵਿਸਾਰਨ ਹੈ ਉਹ ਪਰਮਾਤਮਾ ਦਾ ਸਿਮਰਨ ਹੈ। ਜੇ ਹੁਣ ਅਸੀਂ ਇਹ ਵਾਹਿਗੁਰੂ ਗੁਰਮੰਤਰ ਨੂੰ ਵੀ ਆਪਣੇ ਹਿਰਦੇ 'ਚ ਵਸਾ ਲਾਂਗੇ ਤੇ ਸਾਡੇ ਮਨ ਨੂੰ ਕੋਈ ਦੁੱਖ ਨਹੀਂ ਲੱਗਣਾ। ਮਹਾਰਾਜ ਇਸ ਲਈ ਕਹਿੰਦੇ, ਦੁਖ ਵਿਸਾਰਨ ਸ਼ਬਦ ਹੈ, ਵੀ ਦੁੱਖ ਦਾ ਜਿਹੜਾ ਵਿਸਾਰਨ, ਦੁੱਖ ਦਾ ਮਾਰਨ ਉਹ ਸ਼ਬਦ ਹੈ। ਜੇ ਮਨ ਵਸਾਏ ਕੋਈ, ਜੇ ਕੋਈ ਆਪਦੇ ਮਨ 'ਚ ਨੂੰ ਵਸਾ ਲਵੇ, ਹਿਰਦੇ 'ਚ ਵਸਾ ਲਵੇ ਤੇ ਸਾਰੇ ਦੁੱਖ ਪਾਪ ਖਤਮ ਹੋ ਜਾਂਦੇ। ਹੁਣ ਤਾਂ ਫਿਰ ਸਾਨੂੰ ਕਹਿੰਦੇ ਵੀ ਇਹਨੂੰ ਮਨ 'ਚ ਵਸਾਓ ਤੇ ਵਸੇਗਾ ਫੇਰ ਹੀ। ਜੇ ਅਸੀਂ ਉੱਠਦੇ ਬਹਿੰਦੇ ਕੰਮ ਕਰਦੇ ਧਿਆਵਾਂਗੇ, ਜਦੋਂ ਸਾਡੇ ਮਨ 'ਚ ਵਸ ਗਿਆ ਫਿਰ ਸਹਿ ਸਵਾਈ ਚੱਲੀ ਜਾਣ। ਫਿਰ ਚਾਹੇ ਆਪਾਂ ਨਾਮ ਵੀ ਬੋਲੀਏ ਤਾਂ ਵੀ ਸਿਮਰਨ ਹੁੰਦਾ ਰਹਿਣਾ। ਜਿਵੇਂ ਹੁਣ ਆਪਾਂ ਇਹ ਮਾਇਆ ਨੂੰ ਦ੍ਰਿੜ ਕੀਤਾ, ਕਰਮ ਨੂੰ ਦ੍ਰਿੜ ਕੀਤਾ, ਹੁਣ ਉਹਦੇ ਵਾਸਤੇ ਵਿਚਾਰਾਂ ਦੇ ਸਾਨੂੰ ਮਿਹਨਤ ਨਹੀਂ ਕਰਨੀ ਪੈਂਦੀ। ਚਾਹੇ ਆਪਾਂ ਚੁੱਪ ਕਰਕੇ ਬੈਠੇ ਹਾਂ, ਮੁੱਖ ਤੋਂ ਨਹੀਂ ਬੋਲਦੇ, ਪਰ ਉਹ ਵਿਚਾਰ ਸਾਡੇ ਅੰਦਰ ਫਿਰ ਵੀ ਚੱਲੀ ਜਾਂਦੇ, ਫੌਰਨੇ ਚੱਲੀ ਜਾਂਦੇ, ਅੰਦਰੋਂ ਕੁਛ ਨਾ ਕੁਛ ਮਨ ਬੋਲੀ ਜਾਂਦਾ। ਮੁੱਖ ਕਰਕੇ ਆਪਾਂ ਚਾਹੇ ਚੁੱਪ ਬੈਠੇ ਹੋਈਏ, ਪਰ ਜਿਹੜਾ ਸਾਡਾ ਇਹ ਚਿਹਰਾ, ਇਹ ਮਨ ਦਾ ਸ਼ੀਸ਼ਾ ਹੈ। ਜੇ ਕੋਈ ਬਹੁਤਾ ਵਿਚਾਰਾਂ 'ਚ ਬੈਠਾ ਹੋਏਗਾ ਤੇ ਆਪਾਂ ਨੂੰ ਉਹਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਇਹ ਕੁਝ ਸੋਚ ਰਿਹਾ, ਵੀ ਇਹਦੇ ਅੰਦਰ ਕੁਛ ਨਾ ਕੁਛ ਚੱਲ ਰਿਹਾ। ਤੇ ਉਹ ਪਤਾ ਲੱਗ ਜਾਂਦਾ ਵੀ ਮਨ ਤਾਂ ਅੰਦਰੋਂ ਬੋਲੀ ਜਾ ਰਿਹਾ, ਉਹ ਤਾਂ ਚੁੱਪ ਕਰਦਾ ਹੀ ਨਹੀਂ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਸਾਡਾ ਮਨ ਅੰਦਰੋਂ ਬੋਲਦਾ, ਕੋਈ ਨਾ ਕੋਈ ਸਾਡੇ ਅੰਦਰ ਵਿਚਾਰ ਚੱਲਦਾ, ਉਹਦੇ ਵਾਸਤੇ ਅਸੀਂ ਮਿਹਨਤ ਨਹੀਂ ਕਰਦੇ, ਚੱਲੀ ਜਾਂਦਾ। ਹੁਣ ਜੇ ਸਾਡੇ ਹਿਰਦੇ 'ਚ ਸਿਮਰਨ ਵਸ ਜੇਗਾ, ਵਾਹਿਗੁਰੂ ਵਸ ਜੇਗਾ, ਫਿਰ ਚਾਹੇ ਅਸੀਂ ਮੁੱਖ ਕਰਕੇ ਚੁੱਪ ਕਰਕੇ ਵੀ ਬੈਠੇ ਤੇ ਸਿਮਰਨ ਸਾਡੇ ਅੰਦਰ ਚੱਲਦਾ ਰਹਿਣਾ, ਅਭਿਆਸ ਚੱਲੀ ਜਾਣਾ। ਤੇ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਮਨ 'ਚ ਵਸਾਓ। ਪਹਿਲਾਂ ਮਾਇਆ ਵਸੀਏ। ਮਾਇਆ ਕੀ? ਇਹ ਵਿਚਾਰ, ਇਹਨਾਂ ਨੂੰ ਮਾਇਆ ਕਹਿੰਦੇ। ਇਹ ਜਿਹੜੇ ਸਾਡੇ ਅੰਦਰ ਵਿਚਾਰ ਚੱਲਦੇ, ਚਾਹੇ ਉਹ ਵਿਚਾਰ ਰਜੋ ਗੁਣੀ ਨੇ, ਚਾਹੇ ਵਿਚਾਰ ਤਮੋ ਗੁਣੀ ਨੇ, ਚਾਹੇ ਸਤੋ ਗੁਣੀ ਨੇ, ਇਹਨੂੰ ਮਾਇਆ ਆਖੀ। ਰਜਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ ਤੇ ਨਹੀਂ ਪਰਮ ਪਦ ਪਾਇਆ। ਹੁਣ ਅਸੀਂ ਚੌਥੇ ਪਦ ਦੀ ਪਹਿਚਾਣ ਕਰਨੀ, ਚੌਥੇ ਪਦ ਨੂੰ ਚੀਨਣਾ। ਜਦੋਂ ਅਸੀਂ ਚੌਥੇ ਪਦ 'ਚ ਚਲੇ ਜਾਵਾਂਗੇ, ਅਸੀਂ ਪਰਮ ਪਦਵੀ ਦੀ ਪ੍ਰਾਪਤੀ ਕਰ ਲਾਂਗੇ। ਜੇ ਅਸੀਂ ਇਹਨਾਂ ਤ੍ਰੈ ਗੁਣਾਂ 'ਚ ਹੀ ਰਹੇ, ਇਹਨੂੰ ਤਰਲੋਕੀ ਕਹਿੰਦੇ, ਤ੍ਰੈ ਭਵਨ, ਅਸੀਂ ਫੇਰ ਇੱਧਰ ਆ ਜਾਵਾਂਗੇ ਵਾਪਸ ਤਰਲੋਕੀ ਦੇ ਵਿੱਚ।
ਹੁਣ ਆਪਾਂ ਨੂੰ ਫਿਰ ਇਸ ਲਈ ਕਹਿੰਦੇ, ਜੇ ਅਸੀਂ ਚੌਥੇ ਪਦ ਦੀ ਪਹਿਚਾਣ ਕਰ ਲਾਂਗੇ, ਚੌਥੇ ਪਦ 'ਚ ਚਲੇ ਜਾਵਾਂਗੇ, ਉੱਥੇ ਜਾ ਕੇ ਸਾਡੇ ਅੰਦਰੋਂ ਜਿਹੜੀ ਹਉਮੈ ਦਾ ਨਾਸ ਹੋ ਜਾਂਦਾ। ਮਹਾਰਾਜ ਕਹਿੰਦੇ, ਤ੍ਰੈ ਗੁਣ ਮੇਟੇ ਚੌਥੇ ਚਿੱਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਬਈ ਜਦੋਂ ਅਸੀਂ ਤ੍ਰੈ ਗੁਣਾਂ ਨੂੰ ਮੇਟ ਦਾਂਗੇ, ਚੌਥੇ ਵਿੱਚ ਅਸੀਂ ਚਿੱਤ ਲਾ ਲਾਂਗੇ। ਸੁਣਨ ਨੂੰ ਚੌਥਾ ਪਦ ਕਹਿੰਦੀ। ਜਦੋਂ ਅਸੀਂ ਧਿਆਨ ਸੁਣਨ 'ਚ ਲਾ ਲੈਂਦੇ ਹਾਂ, ਅਸੀਂ ਚੌਥੇ ਪਦ 'ਚ ਚਲੇ ਗਏ, ਉੱਥੇ ਜਾ ਕੇ ਸਾਡੇ ਅੰਦਰੋਂ ਹਉਮੈ ਆਪਣਾ ਆਪਾ ਹੀ ਖਤਮ ਹੋ ਜਾਂਦਾ। ਇਹ ਸਾਡਾ ਮਨ ਹੈ ਜਿਹੜਾ ਬ੍ਰਹਮ 'ਚ ਲੀਨ ਹੋ ਜਾਂਦਾ। ਹੁਣ ਇਸ ਵਾਸਤੇ ਭਗਤਾਂ ਨੇ ਆਖਿਆ ਵੀ ਸਾਡਾ ਜਿਹੜਾ ਮਨ, ਸਾਡੀ ਜਿੰਦ ਉਹ ਚੌਥੇ ਪਦ 'ਚ ਰਹਿੰਦੀ। ਚੌਥੇ ਪਦ ਮੈਂ ਜਨ ਕੀ ਜਿੰਦ। ਬਾਬਾ ਕਬੀਰ ਜੀ ਕਹਿੰਦੇ ਵੀ ਸਾਡਾ ਮਨ ਚੌਥੇ ਪਦ 'ਚ ਰਹਿੰਦਾ। ਇਹ ਆਵਾਂ ਨੂੰ ਕਹਿੰਦੇ ਵੀ ਤੁਸੀਂ ਵੀ ਉੱਥੇ ਆਓ। ਜਦੋਂ ਅਸੀਂ ਚੌਥੇ ਪਦ ਵਿੱਚ ਚਲੇ ਗਏ, ਉੱਥੇ ਕੋਈ ਵਿਚਾਰ ਨਹੀਂ, ਕੋਈ ਫੁਰਨਾ ਨਹੀਂ ਹੈ। ਇਹ ਜਿਹੜੇ ਦੁੱਖ ਨੇ, ਵਿਚਾਰ, ਇਹ ਸਾਰੇ ਤ੍ਰੈ ਗੁਣਾਂ ਦੇ ਵਿੱਚ ਨੇ। ਇਹ ਜਿਹੜੀਆਂ ਸਾਡੀਆਂ ਸੋਚਾਂ ਚੱਲਦੀਆਂ, ਵਿਚਾਰ ਚੱਲਦੇ, ਇਹ ਸਿਰ ਮਾਇਆ ਦੇ ਘਰ ਦੇ ਵਿੱਚ ਨੇ, ਤਿੰਨਾਂ ਗੁਣਾਂ 'ਚ। ਜਦੋਂ ਅਸੀਂ ਇਹਨਾਂ ਤੋਂ ਉੱਪਰ ਉੱਠ ਜਾਂਗੇ, ਫਿਰ ਸਾਨੂੰ ਕੋਈ ਦੁੱਖ ਨਹੀਂ। ਫਿਰ ਅਸੀਂ ਆਪਦੇ ਘਰ ਚਲੇ ਜਾਵਾਂਗੇ। ਸਹਿਜ ਆਪਣਾ ਘਰ ਹੈ। ਜਦੋਂ ਅਸੀਂ ਸਹਿਜ ਵਿੱਚ ਚਲੇ ਗਏ, ਉੱਥੇ ਆਪਾਂ ਨੂੰ ਆ ਸੰਸਾਰ ਦਾ ਜਿਹੜਾ ਦੁੱਖ ਸੁੱਖ ਇਹ ਨਹੀਂ ਵਿਆਪਦਾ ਸਾਡੇ ਮਨ ਨੂੰ, ਇਹ ਤੋਂ ਉੱਪਰ ਚਲਾ ਜਾਂਦਾ। ਮਹਾਰਾਜ ਕਹਿੰਦੇ, ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿਥੇ ਉਂਘ ਭੁੱਖ ਹੈ। ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਾਹੀ, ਜਿਥੇ ਆਤਮ ਰਾਮ ਪ੍ਰਗਾਸ। ਜਿਥੇ ਆਤਮਾ ਦਾ ਪ੍ਰਕਾਸ਼ ਹੈ, ਤੇ ਉੱਥੇ ਸਾਨੂੰ ਆ ਦੁੱਖ ਸੁੱਖ ਨਹੀਂ ਵਿਆਪਦਾ ਸੰਸਾਰ ਦਾ, ਇਹਨਾਂ ਤੋਂ ਉੱਪਰ ਚਲਾ ਗਿਆ ਮਨ। ਉੱਥੇ ਆਪਣੇ ਘਰ 'ਚ ਪ੍ਰਕਾਸ਼ ਹੈ। ਜਿਵੇਂ ਆਪਾਂ ਦੇਖਦੇ ਹਾਂ ਵੀ ਆ ਪੁੰਨਿਆਂ ਦੀ ਚਾਨਣੀ ਰਾਤ ਹੁੰਦੀ, ਚੰਦ ਦਾ ਪ੍ਰਕਾਸ਼ ਹੁੰਦਾ। ਇਸੇ ਤਰ੍ਹਾਂ ਹੀ ਆਪਣੇ ਘਰ ਦੇ ਵਿੱਚ ਉਹ ਆਤਮਾ ਦਾ ਪ੍ਰਕਾਸ਼। ਮਹਾਰਾਜ ਕਹਿੰਦੇ, ਗੁਰ ਪ੍ਰਸਾਦੀ ਸਹਿਜ ਘਰ ਪਾਇਆ, ਮਿਟਿਆ ਅੰਧੇਰਾ ਚੰਨ ਚੜ੍ਹਿਆ। ਬਈ ਗੁਰੂ ਦੀ ਕਿਰਪਾ ਦੁਆਰਾ ਅਸੀਂ ਫਿਰ ਉਹ ਘਰ ਦੀ ਪ੍ਰਾਪਤੀ ਕੀਤੀ, ਸਹਿਜ ਘਰ ਦੀ, ਜਿੱਥੇ ਜਾ ਕੇ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਤੇ ਉਹ ਚੰਦਰਮਾ ਚੜ੍ਹ ਗਿਆ, ਪ੍ਰਕਾਸ਼ ਹੋ ਗਿਆ, ਚਾਨਣੀ ਚੰਨ। ਜਦੋਂ ਅਸੀਂ ਉਹ ਪ੍ਰਕਾਸ਼ ਨੂੰ ਦੇਖਦੇ ਹਾਂ ਤੇ ਫਿਰ ਸਾਨੂੰ ਕੋਈ ਦੁੱਖ ਨਹੀਂ ਹੁੰਦਾ। ਉੱਥੇ ਸਹਿਜ ਦੇ ਵਿੱਚ ਆਪਣਾ ਮਨ ਆਪਣੇ ਘਰ ਚਲਾ ਗਿਆ ਤੇ ਉੱਥੇ ਆਨੰਦ ਹੀ ਆਨੰਦ ਹੈ, ਸੌਖੀ ਸੁੱਖ, ਜਿੰਨਾ ਸਮਾਂ ਮਰਜ਼ੀ ਬੈਠੇ ਰਹੋ। ਫਿਰ ਇੱਧਰ ਆਉਣ ਨੂੰ ਆਪਣਾ ਚਿੱਤ ਹੀ ਨਹੀਂ ਕਰਦਾ। ਜਦੋਂ ਅਸੀਂ ਉੱਥੇ ਘਰ ਚਲੇ ਜਾਵਾਂਗੇ ਨਾ, ਇੱਕ ਵਾਰ ਸਾਡਾ ਮਨ ਉਹ ਘਰ ਦਾ ਸੁੱਖ, ਉਹ ਘਰ ਦਾ ਆਨੰਦ ਲੈ ਲਵੇ, ਫਿਰ ਇਹ ਚਾਹੁੰਦਾ ਹੀ ਨਹੀਂ ਵੀ ਮੈਂ ਦੁੱਖਾਂ ਦੇ ਘਰ ਜਾਵਾਂ ਇੱਧਰ। ਫਿਰ ਜੇ ਇਹਨੂੰ ਆਉਣਾ ਵੀ ਪੈਂਦਾ, ਫਿਰ ਇਹ ਚਾਹੁੰਦਾ ਵੀ ਮੇਰਾ ਉਹ ਸੁੱਖ, ਉਹ ਆਨੰਦ ਮੇਰਾ ਚਲਾ ਨਾ ਜਾਵੇ। ਬਈ ਉਹੀਓ ਆਨੰਦ, ਉਹੀਓ ਸੁੱਖ ਜਿਹੜਾ ਮੇਰੇ ਘਰ ਦੇ ਵਿੱਚ ਉਹ ਮੇਰਾ ਆਨੰਦ ਬਣਿਆ ਹੀ ਰਹੇ। ਫਿਰ ਇਹ ਸਾਡੇ ਮਨ ਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ, ਫਿਰ ਇਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਤੂੰ ਸਿਮਰਨ ਕਰ ਜਾਂ ਸੰਗਤ ਕਰ। ਫਿਰ ਇਹ ਆਪਦੇ ਆਪ ਹੀ ਕਰਦਾ ਰਹਿੰਦਾ। ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਹੁਣ ਮੈਂ ਪਰਦੇਸ 'ਚ ਆ ਗਿਆ। ਇਹਨੂੰ ਪਰਦੇਸ ਕਹਿੰਦੇ ਵੀ ਇੱਧਰ ਮੈਨੂੰ ਤਾਂਹੀਓ ਸੁੱਖ ਮਿਲੇਗਾ ਜੇ ਮੈਂ ਸਿਮਰਨ ਕਰਦਾ ਰਹਾਂਗਾ। ਫਿਰ ਇਹ ਆਪਣੇ ਆਪ ਹੀ ਗੁਰਮੰਤਰ ਨੂੰ ਦ੍ਰਿੜ ਕਰਦਾ ਹੀ ਰਹਿੰਦਾ। ਜਦੋਂ ਅਸੀਂ ਆਪਦੇ ਘਰ ਚਲੇ ਜਾਂਦੇ, ਉੱਥੇ ਸਾਨੂੰ ਆ ਸਿਮਰਨ ਦੀ ਲੋੜ ਨਹੀਂ। ਉੱਥੇ ਤਾਂ ਆਪਣੇ ਘਰ 'ਚ ਤਾਂ ਵੈਸੇ ਹੀ ਆਨੰਦ ਹੀ ਆਨੰਦ ਹੈ, ਉੱਥੇ ਤਾਂ ਸੁੱਖ ਹੀ ਸੁੱਖ। ਮਹਾਰਾਜ ਇਸ ਲਈ ਫਰਮਾਉਂਦੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਬਈ ਫਿਰ ਇਹ ਗੁਰਮੰਤਰ ਨੂੰ ਆਪਦੇ ਆਪ ਹੀ ਦ੍ਰਿੜ ਕਰੀ ਜਾਓ, ਆਪਦੇ ਆਪ ਹੀ ਸਿਮਰਨ ਕਰੀ ਜਾਓ। ਜਦੋਂ ਇੱਕ ਵਾਰ ਘਰ 'ਚ ਹੋ ਕੇ ਆ ਗਈ, ਹੁਣ ਇੱਕ ਵਾਰ ਅਸੀਂ ਆਪਦੇ ਘਰ ਚਲੇ ਜਾਈਏ ਸਹਿਜ ਦੇ ਵਿੱਚ, ਤੇ ਉਹਦੇ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰੀਏ ਵੀ ਤਾਂ ਕਿ ਇੱਕ ਵਾਰ ਸਾਡਾ ਮਨ ਘਰ ਦਾ ਸੁੱਖ ਦੇਖ ਲਵੇ।
ਜਦੋਂ ਇਹਨੇ ਉਹ ਘਰ ਦਾ ਸੁੱਖ ਇਹਨੂੰ ਇੱਕ ਵਾਰ ਆ ਗਿਆ ਨਾ, ਆਨੰਦ ਆ ਗਿਆ, ਫਿਰ ਇਹਨੂੰ ਪਤਾ ਲੱਗਦਾ ਵੀ ਅਸਲ ਆਨੰਦ ਤਾਂ ਆ ਹੈ ਬਈ ਆਪਣੇ ਘਰ ਦੇ ਵਿੱਚ ਜਿਸ ਵਰਤਾਏ ਮਹਾਰਾਜ ਫਰਮਾਉਂਦੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ। ਬਈ ਅਸਲ ਆਨੰਦ ਤਾਂ ਫੇਰ ਹੈ ਜਦੋਂ ਅਸੀਂ ਆਪਦੇ ਘਰ ਚਲੇ ਜਾਵਾਂਗੇ। ਆਓ ਹੁਣ ਕਿਵੇਂ ਅਸੀਂ ਘਰ ਜਾਣਾ, ਉਹਦੇ ਵਾਸਤੇ ਜੋ ਮਹਾਰਾਜ ਸਾਨੂੰ ਇਸ ਵਾਸਗਰਾ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਇਹ ਆਪਾਂ ਅਭਿਆਸ ਕਰਨਾ ਹੁੰਦਾ ਵੱਧ ਤੋਂ ਵੱਧ ਵੀ ਤਾਂ ਕਿ ਸਾਡੇ ਮਨ 'ਚ ਵਸ ਜੀ, ਸਾਡੇ ਹਿਰਦੇ 'ਚ ਵਸ ਜੀ, ਸਹਿਜ ਸੁਭਾਈ ਆਪਣਾ ਸਿਮਰਨ ਚੱਲਦਾ ਜਾਵੇ। ਹੁਣ ਉਹਦੇ ਵਾਸਤੇ ਫਿਰ ਇਹ ਆਪਾਂ ਨੂੰ ਗੁਰਮੁਖ 'ਚ ਛੋਟ ਵੀ ਤੁਸੀਂ ਕਿਸੇ ਵੀ ਵਾਸਤੇ ਸਿਮਰਨ ਕਰ ਸਕਦੇ, ਚਾਹੇ ਆਪਾਂ ਚੱਲਦੇ ਹਾਂ, ਚਾਹੇ ਆਪਾਂ ਲੰਮੇ ਪਏ ਹਾਂ, ਚਾਹੇ ਆਪਾਂ ਕੰਮ ਕਾਰ ਕਰਦੇ ਹਾਂ, ਹਰ ਇੱਕ ਅਵਸਥਾ 'ਚ ਆਪਾਂ ਸਿਮਰਨ ਕਰ ਸਕਦੇ ਬਈ ਤਾਂ ਕਿ ਸਾਡੇ ਮਨ 'ਚ ਵਸ ਜਾਵੇ, ਸਾਡੇ ਹਿਰਦੇ 'ਚ ਵਸ ਜਾਵੇ। ਤਾਂਹੀਓ ਸਾਨੂੰ ਕਹਿੰਦੇ ਵੀ ਕੋਈ ਵੀ ਸਵਾਸ ਜਿਹੜਾ ਬਈ ਉਹ ਖਾਲੀ ਨਾ ਜਾਵੇ। ਅਸੀਂ ਹਰੇਕ ਸਵਾਸ ਨਾਲ ਮਾਲਕ ਨੂੰ ਚੇਤੇ ਕਰਨਾ ਹੁੰਦਾ। ਜਿਹੜੇ ਸਵਾਸ ਨਾਲ ਅਸੀਂ ਨਹੀਂ ਚੇਤੇ ਕਰਦੇ ਉਹ ਸਾਡਾ ਵਿਅਰਥ ਚਲਾ ਜਾਂਦਾ। ਜੋ ਦਮ ਚਿੱਤ ਨਾ ਆਵੇ ਸੋ ਦਮ ਵਿਅਰਥਾ ਜਾਏ, ਬਈ ਉਹ ਦਮ ਸਾਡਾ ਵਿਅਰਥ ਚਲਾ ਗਿਆ। ਇਹ ਆਪਾਂ ਨੂੰ ਕੋਸ਼ਿਸ਼ ਕਰਨੀ ਵੀ ਇਹਨਾਂ ਦਮਾਂ ਨੂੰ ਵਿਅਰਥ ਨਹੀਂ ਜਾਣ ਦੇਣਾ, ਇਹਨਾਂ ਦਮਾਂ ਨੂੰ ਹੁਣ ਅਸੀਂ ਸੰਭਾਲਣਾ। ਮਹਾਰਾਜ ਇਸ ਲਈ ਫਰਮਾਉਂਦੇ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਏ, ਵੀ ਇਹਨਾਂ ਦਮਾਂ ਨੂੰ ਹੁਣ ਅਸੀਂ ਵਿਅਰਥ ਨਹੀਂ ਜਾਣ ਦੇਣਾ। ਵਿਅਰਥ ਉਦੋਂ ਜਾਂਦੇ ਜਦੋਂ ਅਸੀਂ ਸੰਸਾਰ ਦੀਆਂ ਗੱਲਾਂ 'ਚ ਪੈ ਜਾਂਦੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ। ਸੰਸਾਰ ਦੀ ਓਨੀ ਕੁ ਵਿਚਾਰ ਕਰੋ ਵੀ ਜਿਹਦੇ ਬਿਨਾਂ ਸਾਡਾ ਸਰਦਾ ਨਹੀਂ ਜੀ, ਬਹੁਤ ਜ਼ਰੂਰੀ ਗੱਲ ਹੈ ਵੀ ਇਹ ਤਾਂ ਕਰਨੀ ਓ ਪੈਣੀ ਹੈ, ਫਿਰ ਕਰ ਲਓ ਓਨੀ ਕੁ। ਜਿਹੜਾ ਉੱਦਾਂ ਹੀ ਜੀਵ ਜਿਹਦਾ ਕੋਈ ਮਤਲਬ ਹੀ ਨਹੀਂ ਬਣਦਾ ਉਹ ਗੱਲਾਂ ਕਰੀ ਜਾਂਦਾ ਅਤੇ ਉਹ ਸਾਰੇ ਸਵਾਲ ਸਾਡੇ ਵਿਅਰਥ ਜਾ ਰਹੇ ਨੇ। ਜਿਹੜਾ ਕਰਦਾ ਉਹਦੇ ਵੀ ਜਾਂਦੇ, ਜਿਹੜਾ ਨਾਲ ਸੁਣਦਾ ਬੈਠਾ ਉਹਦੇ ਵੀ ਜਾਂਦੇ। ਇਹ ਆਪਾਂ ਨੂੰ ਇਸ ਲਈ ਕਹਿੰਦੇ ਵੀ ਇਹਨਾਂ ਦਮਾਂ ਨੂੰ ਸੰਭਾਲੋ, ਵੀ ਵੱਧ ਤੋਂ ਵੱਧ ਤੁਸੀਂ ਸਿਮਰਨ ਕਰੋ ਜਾਂ ਸ਼ਬਦ ਦੀ ਵਿਚਾਰ ਕਰੋ, ਸੰਸਾਰ ਦੀ ਉਨੀ ਕੁ ਗੱਲ ਕਰੋ ਵੀ ਜਿੰਨੀ ਕੁ ਜ਼ਰੂਰਤ ਹੈ। ਇਸ ਤਰੀਕੇ ਨਾਲ ਜਦੋਂ ਆਪਾਂ ਚੱਲਾਂਗੇ ਅਤੇ ਫਿਰ ਸਾਡੇ ਵਿਚਾਰ ਬਹੁਤੇ ਨਹੀਂ ਰਹਿਣੇ ਫੁਰਨੇ, ਫਿਰ ਆਪਣੇ ਵਿਚਾਰ ਥੋੜ੍ਹੇ ਸੀਮਤ ਰਹਿ ਜਾਣਗੇ ਵੀ ਜਿੰਨੀ ਕੁ ਲੋੜ ਹੈ ਉਨਾ ਕੁ ਲਵਾਂਗੇ, ਬਾਕੀ ਸਾਨੂੰ ਲੋੜ ਹੀ ਨਹੀਂ ਵਿਚਾਰ ਲੈਣ ਦੀ। ਸੋ ਇਸ ਵਾਸਤੇ ਹੁਣ ਗੁਰਮੁਖ ਪਿਆਰਿਓ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਵਿਚਾਰਨਾ ਸਹਿਜ ਦੇ ਵਿੱਚ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਆਪਾਂ ਨੂੰ ਸਤਿਗੁਰੂ ਉਪਦੇਸ਼ ਦੇ ਰਹੇ, ਗੁਰਮੁਖਾਂ ਨੇ ਆਪਾਂ ਨੂੰ ਬੜਾ ਸੌਖਾ ਕਰਕੇ ਸਮਝਣ ਗੋਚਰਾ ਕਰਾਇਆ ਵੀ ਤਾਂ ਕਿ ਹਰ ਇੱਕ ਜੀਵ ਨੂੰ ਸਮਝ ਲੱਗ ਜੇ ਅਤੇ ਅਸੀਂ ਆਪਦੇ ਜੀਵਨ ਦਾ ਲਾਹਾ ਕੱਟ ਕੇ ਇੱਥੋਂ ਆਪਦੇ ਘਰ ਵਾਪਸ ਜਾਈਏ, ਖੇਲ ਨੂੰ ਜਿੱਤ ਕੇ ਜਾਈਏ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦੇ ਹੋਏ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ